ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਊਚ ਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ। ਗਾਵਤੇ ਉਦਰੇ ਸੁਣਤੇ ਉਦਰੇ, ਬਿਨ ਸੇ ਪਾਪ ਕਨੇਰੇ। पशु परे तुम बुध को तारे, पाहन पार उतारे। नानक दास तेरी शरणाई, नानक दास तेरी शरणाई। सदा सदा बलिहारे, सदा सदा बलिहारे। गुर को बल बल जाइए, ऐसे गुर को बल बल जाइए। गुर को बल बल जाइए, ऐसे गुर को बल बल जाइए। गुर को बल बल जाइए, ऐसे गुर को बल बल जाइए। बल बल जाइए, ऐसे गुर को बल बल जाइए। गुर को बल बल जाइए, ऐसे गुर को बल बल जाइए। गुर को बल बल जाइए, ऐसे गुर को बल बल जाइए। गुर को बल बल जाइए, ऐसे गुर को बल बल जाइए। बल बल जाइए, गुर को बल बल जाइए। गुर को बल बल जाइए, ऐसे गुर को बल बल जाइए। बल बल जाइए, गुर को बल बल जाइए। गुर को बल बल जाइए, ऐसे गुर को बल बल जाइए। गुर को बल बल जाइए, गुर को बल बल जाइए। गुर को बल बल जाइए, ऐसे गुर को बल बल जाइए। गुर को बल बल जाइए, ऐसे गुर को बल बल जाइए। गुर को बल बल जाइए, गुर को बल बल जाइए। गुर को बल बल जाइए, गुर को बल बल जाइए। गुर को बल बल जाइए, गुर को बल बल जाइए। गुर को बल बल जाइए, गुर को बल बल जाइए। गुर को बल बल जाइए, ऐसे गुर को बल बल जाइए। गुर को बल बल जाइए, ऐसे गुर को बल बल जाइए। गुर को बल बल जाइए, ऐसे गुर को बल बल जाइए। गुर को बल बल जाइए, ऐसे गुर को बल बल जाइए। गुर को बल बल जाइए, ऐसे गुर को बल बल जाइए। गुर को बल बल
अर्पत नमस्कारै। ऐसे गुर को बल बल जाइए, आप मुकुट मोह तारै। आप मुकुट मोह तारै। बलिहारी गुर अपने, दिहाड़ी सदवार। जिन मानस ते देवते किए, करत न लागी वार। जे सो चंदा उगवै, सूरज चढ़े हजारे ते चानण होंदिया। इते चानण होंदिया, गुर बिन घोर अंधार। ऐसे गुर को बल बल जाइए, अपने सतगुर कै बलिहारै। आगे सुख पाछै सुख सहजा, घर आनंद हमारे। घर आनंद हमारे। वाहिगुरु 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 वाहिगुरु। सारे जपो, सारी संगत जपो, सारे रसना पवित्र करो, कोई भी रसना वांझी ना रहे। वाहिगुरु 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 वाहिगुरु। जपो जी वाहिगुरु 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 वाहिगुरु
ਵਾਹਿਗੁਰੂ 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 ਜਪੋ ਸਾਰੇ ਵਾਹਿਗੁਰੂ 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 ਸ੍ਰੀ ਹਰਿ ਕ੍ਰਿਸ਼ਨ ਧਿਆਈਐ ਸ੍ਰੀ ਹਰਿ ਕ੍ਰਿਸ਼ਨ ਧਿਆਈਐ Sri Har Krishna 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 ਧਿਆਈਐ ਜਿਤ ਡਿਠੇ ਸਭ ਦੁਖ ਜਾਏ ਡਿਠੇ ਸਭ ਦੁਖ ਜਾਏ Sri Har Krishna ਧਿਆਈਐ Sri Har Krishna ਧਿਆਈਐ ਡਿਠੇ ਸਭ ਦੁਖ ਜਾਏ Sri Har Krishna ਧਿਆਈਐ Sri Har Krishna ਧਿਆਈਐ ਡਿਠੇ ਸਭ ਦੁਖ ਜਾਏ Sri Har Krishna ਸਭ ਦੁੱਖ ਜਾਏ ਡਿਠੇ ਸਭ ਦੁੱਖ ਜਾਏ Sri Har Krishna ਧਿਆਈਐ Sri Har Krishna ਧਿਆਈਐ ਡਿਠੇ ਸਭ ਦੁੱਖ ਜਾਏ Sri Har Krishna ਧਿਆਈਐ Sri Har Krishna ਧਿਆਈਐ ਡਿਠੇ ਸਭ ਦੁੱਖ ਜਾਏ Sri Har Krishna ਧਿਆਈਐ 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 Sri Har Krishna ਧਿਆਈਐ
ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਤ ਡਿਠੇ ਸਤਿ ਸਜਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਾਜ਼ਰਾ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਬਹੁਤ ਹੀ ਸਤਿਕਾਰਯੋਗ ਸ੍ਰੀਮਾਨ ਸੰਤ ਬਾਬਾ ਪ੍ਰਤਾਪ ਸਿੰਘ ਜੀ ਤਿੰਨਾਂ ਦੇ ਉਦਮ ਉਪਰਾਲੇ ਸਦਕਾ ਆਪ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਨਾਨਕਸਰ ਠਾਠ ਬਾਜਪੁਰ ਗਜਰੋਲਾ ਵਿਖੇ 8ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਬਾਲਾ ਪ੍ਰੀਤਮ ਜੀ ਸਤਿਗੁਰਾਂ ਦੀ ਯਾਦ ਵਿੱਚ ਇਹ ਇੱਕ ਰੋਜ਼ਾ ਰਾਤਰੀ ਦਾ ਗੁਰਮਤਿ ਸਮਾਗਮ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ। ਰਲ ਮਿਲ ਕੇ ਮਾਲਕ ਦੇ ਗੁਣ ਗਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਵਾਓ ਜਿਤਨਾ ਸਮਾਂ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਆਪਾਂ ਸਾਰੇ ਰਲ ਮਿਲ ਕੇ ਮਾਲਕ ਦੇ ਗੁਣ ਗਾਈਏ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਪਿਆਰ ਸਹਿਤ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੱਗ ਸੁਵੱਲੜੇ ਨੇ ਗੁਰੂ ਸਾਹਿਬ ਜੀ ਦੀ ਗੋਦ ਵਿੱਚ ਬੈਠੇ ਹਾਂ। ਬਬਾਣੀਆਂ ਕਹਾਣੀਆਂ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸੰਗਤ ਕਰ ਰਹੇ ਹਾਂ, ਕੀਰਤਨ ਸੁਣ ਰਹੇ ਹਾਂ, ਕਥਾ ਕਹਾਣੀਆਂ ਸਰਵਣ ਕਰ ਰਹੇ ਹਾਂ, ਨਾਮ ਜਪ ਰਹੇ ਹਾਂ। ਸਤਿਗੁਰੂ ਕਹਿੰਦੇ ਨਾਮ ਗੋਬਿੰਦ ਜਪੇਂਦਿਆਂ ਹੋਆ ਮੁਖ ਪਵਿੱਤਰ। ਹਰ ਜਸ ਸੁਣੀਏ ਜਿਸ ਤੇ ਸੋਈ ਭਾਈ ਮਿੱਤਰ। ਬਹੁਤ ਸਤਿਕਾਰਯੋਗ ਬਾਪੂ ਬਲਵਿੰਦਰ ਸਿੰਘ ਜੀ, ਪਹਿਲਾਂ ਉਹਨਾਂ ਨੇ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਉਹਨਾਂ ਤੋਂ ਬਾਅਦ ਭਾਈ ਸ੍ਰੇਸ਼ਟ ਸਿੰਘ ਜੀ ਹੀਰਾ ਗਦਰਪੁਰ ਵਾਲੇ, ਉਹਨਾਂ ਨੇ ਵੀ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਹੈ। ਆਪਾਂ ਸਾਰੇ ਅੱਜ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦੇ ਪ੍ਰੇਮ ਵਿੱਚ, ਪਿਆਰ ਵਿੱਚ ਭਿੱਜ ਕੇ ਬੈਠੇ ਹਾਂ। ਉਹਨਾਂ ਨੂੰ ਯਾਦ ਕਰ ਰਹੇ ਹਾਂ। ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਤ ਡਿਠੇ ਸਭ ਸੁਖ ਜਾਏ। ਦੁੱਖਾਂ ਨੂੰ ਨਿਵਾਰਨ ਵਾਲੇ ਬਾਲਾ ਪ੍ਰੀਤਮ ਜੀ, ਜਿਨ੍ਹਾਂ ਦਾ ਅਵਤਾਰ ਕੀਰਤਪੁਰ ਸਾਹਿਬ ਦੀ ਧਰਤੀ ਤੇ 7ਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀਆਂ ਦੇ ਘਰ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖ ਤੋਂ ਹੋਇਆ। ਵੱਡੇ ਭਰਾਤਾ ਰਾਮ ਰਾਏ ਜੀ ਸਨ, ਉਹ ਵੀ ਭਗਤੀ ਸ਼ਕਤੀ ਵਾਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਇਹ ਵੀ ਦਿਆਲੂ ਕਿਰਪਾਲੂ ਨਾਮ ਜਪਣ ਵਾਲੀ ਰੂਹ, ਸੇਵਾ ਸੁਮਨ ਵਿੱਚ ਭਿੱਜੀ ਹੋਈ ਰੂਹ। ਪਰ ਗੁਰਬਾਣੀ ਕਹਿੰਦੀ ਹੈ
ਤਖਤੈ ਰਾਜਾ ਸੋ ਬਹੈ ਜੋ ਤਖਤੇ ਲਾਇਕ ਹੋਏ। ਤਖਤ ਤੇ ਉਸੇ ਨੂੰ ਬਿਠਾਇਆ ਜਾਂਦਾ ਹੈ, ਰਾਜ ਭਾਗ ਦਾ ਤਿਲਕ ਉਸੇ ਨੂੰ ਲਾਇਆ ਜਾਂਦਾ ਹੈ ਜੋ ਲਾਇਕ ਹੁੰਦਾ ਹੈ। ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀਆਂ ਨੇ ਉਹਨਾਂ ਦਾ ਪ੍ਰੇਮ ਤੱਕਿਆ, ਉਹਨਾਂ ਦੀ ਭਾਵਨਾ ਤੱਕੀ, ਉਹਨਾਂ ਦੀ ਸ਼ਰਧਾ ਤੱਕੀ, ਗੁਰਤਾ ਗੱਦੀ ਦੇ ਲਾਇਕ ਸਮਝਿਆ। 5 ਸਾਲ ਦੀ ਉਮਰ ਸੀ ਸਤਿਗੁਰੂ ਜੀ ਦੀ ਸਾਰੀ, ਜਦੋਂ ਗੁਰਤਾ ਗੱਦੀ ਦਾ ਤਿਲਕ ਲਾਇਆ ਗਿਆ, ਗੁਰਤਾ ਗੱਦੀ ਤੇ ਸਤਿਗੁਰਾਂ ਨੂੰ ਬਿਠਾਇਆ ਗਿਆ। ਜਿਵੇਂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀਆਂ ਤੋਂ ਸੰਗਤਾਂ ਅਸੀਸਾਂ ਬਖਸ਼ੀਸ਼ਾਂ ਪ੍ਰਾਪਤ ਕਰਦੀਆਂ ਸੀ, ਉਵੇਂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀਆਂ ਦਾ ਵੀ ਦਰਬਾਰ ਸਜਦਾ ਹੈ। ਉਹਨਾਂ ਦੇ ਦਰਸ਼ਨ ਕਰਕੇ, ਉਹਨਾਂ ਦੇ ਬਚਨ ਸੁਣ ਕੇ, ਉਹਨਾਂ ਦੀ ਸੰਗਤ ਕਰਕੇ ਉਸੇ ਤਰ੍ਹਾਂ ਹੀ ਸੰਗਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਤੋਂ ਵੀ ਅਸੀਸਾਂ ਬਖਸ਼ੀਸ਼ਾਂ ਪ੍ਰਾਪਤ ਕਰਦੀਆਂ। ਮੇਰਾ ਨਾਲ ਝੋਲੀ ਸਤਿਗੁਰੂ ਸਭ ਦੀ ਭਰਦੇ ਨੇ। ਉਸ ਸਮੇਂ ਵੀ ਜਿਹੜੇ ਈਦ ਖਾਲੂ ਸਨ, ਜਿਹੜੇ ਆਪਣੇ ਆਪ ਨੂੰ ਬਹੁਤਾ ਸਿਆਣਾ ਸਮਝਦੇ ਸੀ, ਉਹ ਕਹਿਣ ਲੱਗੇ ਵੀ ਇੱਥੇ ਆ ਕੇ ਗੁਰੂ ਘਰ ਦੇ ਵਿੱਚ ਗੁਰਤਾ ਗੱਦੀ ਸੌਂਪਣ ਲੱਗਿਆਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਥੋੜੀ ਜਲਦਬਾਜ਼ੀ ਨਹੀਂ ਕੀਤੀ ਗਈ। ਇੱਥੇ ਆ ਕੇ ਕੁਝ ਨਾ ਕੁਝ ਘਾਟ ਮਹਿਸੂਸ ਨਹੀਂ ਹੁੰਦੀ ਵੀ ਉਮਰ ਛੋਟੀ ਹੈ ਤੇ ਜ਼ਿੰਮੇਵਾਰੀ ਬੜੀ ਵੱਡੀ ਹੈ, ਕਾਰਜ ਬੜੇ ਵੱਡੇ ਨੇ। ਇੰਨੀ ਛੋਟੀ ਉਮਰ ਦੇ ਵਿੱਚ ਇੰਨੀ ਵੱਡੀ ਜ਼ਿੰਮੇਵਾਰੀ ਸੰਭਾਲ ਲੈਣਗੇ। ਤੇ ਪਿਆਰਿਓ, ਗੁਰੂ ਘਰ ਦੇ ਵਿੱਚ ਉਮਰ ਦਾ ਕੋਈ ਤਕਾਜ਼ਾ ਨਹੀਂ, ਇੱਥੇ ਗੁਣ ਵੇਖੇ ਜਾਂਦੇ ਆ। ਜੇ ਗੱਲ ਉਮਰਾਂ ਦੀ ਹੁੰਦੀ ਤੇ ਉਹਨਾਂ ਭਗਤਾਂ ਦਾ ਕਦੇ ਬਾਣੀ ਵਿੱਚ ਨਾਂ ਨਾ ਆਉਂਦਾ ਜਿਨ੍ਹਾਂ ਦੀ ਉਮਰ ਸਭ ਤੋਂ ਛੋਟੀ ਸੀ। ਰਾਮ ਜਪੋ ਜੀ ਐਸੇ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਇੱਥੇ ਉਮਰਾਂ ਨਹੀਂ ਵੇਖੀ ਜਾਂਦੀਆਂ, ਇੱਥੇ ਗੁਣ ਵੇਖੇ ਜਾਂਦੇ ਆ। ਉਮਰਾਂ ਦੀ ਗੱਲ ਹੁੰਦੀ ਤੇ ਛੇਵੇਂ ਪਾਤਸ਼ਾਹ ਜੀ ਦੀ ਉਮਰ ਸਾਰੀ 11 ਸਾਲ ਦੀ ਸੀ ਜਦੋਂ ਉਹਨਾਂ ਨੂੰ ਗੁਰਿਆਈ ਦਾ ਤਿਲਕ ਲਾਇਆ ਗਿਆ। ਉਮਰਾਂ ਦੀ ਗੱਲ ਹੁੰਦੀ ਤੇ 10ਵੇਂ ਪਾਤਸ਼ਾਹ ਜੀ ਦੀ ਉਮਰ ਸਾਰੀ 9 ਸਾਲ ਦੀ ਸੀ ਜਦੋਂ ਉਹਨਾਂ ਨੂੰ ਗੁਰਿਆਈ ਦਾ ਤਿਲਕ ਲਾਇਆ ਗਿਆ। ਭਾਈ ਗੁਰਦਾਸ ਜੀ ਇੱਕ ਬਚਨ ਕਰਦੇ ਨੇ, ਕਹਿੰਦੇ ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ, ਮੋਲ ਕੀਏ ਦਮਕਨ ਭਰਤ ਭੰਡਾਰ ਜੀ। ਕਹਿੰਦੇ ਜਿਹੜਾ ਹੀਰਾ ਹੁੰਦਾ ਹੈ ਨਾ, ਵੇਖਣ ਨੂੰ ਬਹੁਤ ਛੋਟਾ ਜਿਹਾ ਲੱਗਦਾ ਹੈ, ਬਹੁਤ ਛੋਟਾ ਜਿਹਾ, ਪਰ ਜਦੋਂ ਕਹਿੰਦੇ ਉਸ ਹੀਰੇ ਦਾ ਮੁੱਲ ਪੈਂਦਾ ਹੈ, ਜਦੋਂ ਉਸ ਹੀਰੇ ਦੀ ਕੀਮਤ ਪੈਂਦੀ ਹੈ, ਤੇ ਕਹਿੰਦੇ ਮਾਇਆ ਨਾਲ ਘਰ ਭਰ ਜਾਂਦਾ, ਮਾਇਆ ਨਾਲ ਕਮਰੇ ਭਰ ਜਾਂਦੇ ਆ, ਢੇਰ ਲੱਗ ਜਾਂਦੇ ਮਾਇਆ ਦੇ। ਉਹਦੀ ਕੀਮਤ ਇੰਨੀ ਹੈ, ਵੇਖਣ ਨੂੰ ਛੋਟਾ ਜਿਹਾ ਲੱਗਦਾ। ਫਿਰ ਭਾਈ ਗੁਰਦਾਸ ਜੀ ਕਹਿੰਦੇ ਜੈਸੇ ਬਰ ਬਾਂਧੇ ਹੁੰਡੀ, ਲਾਗਤ ਨਾ ਭਾਰ ਕਛ, ਆਗੇ ਜਾ ਕੇ ਪਾਈਅਤ ਲక్ష్ਮੀ ਅਪਾਰ ਜੀ।
ਪਹਿਲੇ ਸਮਿਆਂ ਦੇ ਵਿੱਚ ਹੁੰਡੀ ਕੀਤੀ ਜਾਂਦੀ ਸੀ। ਹੁੰਡੀ ਦਾ ਮਤਲਬ ਕੀ? ਕਹਿੰਦੇ ਕਾਗਜ਼ ਦੇ ਉੱਪਰ ਸਾਈਨ ਕਰਕੇ ਦੇ ਦੇਣੇ ਵੀ ਇਹ ਬੰਦਾ ਜਿਹੜਾ ਮੈਂ ਇਹਨੂੰ ਜਾਣਦਾ, ਜ਼ਿੰਮੇਵਾਰੀ ਚੁੱਕਦਾ ਹੈ, ਜਿੰਨੀ ਮਾਇਆ ਕਹਿੰਦਾ ਹੈ ਇਹਨੂੰ ਓਨੀ ਮਾਇਆ ਦੇ ਦਿਓ, ਜ਼ਿੰਮੇਵਾਰੀ ਮੇਰੀ ਹੈ। ਤੇ ਜਿਹਨੇ ਜ਼ਿੰਮੇਵਾਰੀ ਚੱਕੀ ਉਹਨੇ ਉਸ ਕਾਗਜ਼ ਤੇ ਸਾਈਨ ਕਰ ਦਿੱਤੇ। ਕਹਿੰਦੇ ਕਾਗਜ਼ ਦਾ ਟੁਕੜਾ ਹੈ ਤੇ ਛੋਟਾ ਜਿਹਾ, ਜਦੋਂ ਉਹਦੇ ਤੇ ਦਸਤਖਤ ਹੋ ਗਏ ਫਿਰ ਦੇਖ ਲਓ ਉਹਦੀ ਵੀ ਕੀਮਤ ਕਿੰਨੀ ਪੈਂਦੀ। ਜਿੰਨੀ ਮਾਇਆ ਚਾਹਵੇ ਉਨੀ ਮਾਇਆ ਪ੍ਰਾਪਤ ਕਰ ਸਕਦਾ। ਅੱਜ ਕੱਲ ਚੈੱਕ ਚੱਲਦੇ ਨੇ, ਕਾਗਜ਼ ਦਾ ਟੁਕੜਾ ਹੀ ਹੁੰਦਾ ਹੈ, ਜਿੰਨੀ ਮਰਜ਼ੀ ਉਹਦੇ ਤੇ ਮਾਇਆ ਭਰ ਦਿਓ, ਆਪਾਂ ਨੂੰ ਬੈਂਕ ਦੇ ਵਿੱਚੋਂ ਉਨੀ ਮਾਇਆ ਮਿਲ ਜਾਏਗੀ। ਹੈ ਕਾਗਜ਼ ਦਾ ਛੋਟਾ ਜਿਹਾ ਟੁਕੜਾ ਤੇ ਉਹਦੀ ਕੀਮਤ ਵੇਖ ਲਓ ਫਿਰ ਕਿੰਨੀ ਪੈਂਦੀ। ਤੀਸਰੀ ਉਦਾਹਰਨ ਭਾਈ ਗੁਰਦਾਸ ਜੀ ਕਹਿੰਦੇ, ਜੈਸੇ ਬੱਟ ਬੀਜ ਅਦ ਸੂਖਮ ਸਰੂਪ ਹੋਤ ਬੋਏ ਸੇ ਵਿਵਧ ਕਰੇ ਬਿਰਖਾ ਵਿਸਥਾਰ ਜੀ। ਕਹਿੰਦੇ ਜਿਹੜਾ ਬੋੜ ਦਾ ਬੀਜ ਹੁੰਦਾ ਹੈ ਨਾ, ਬਹੁਤ ਸੂਖਮ ਹੁੰਦਾ ਹੈ, ਬਹੁਤ ਛੋਟਾ ਹੁੰਦਾ ਹੈ, ਪਰ ਜਦੋਂ ਕਹਿੰਦੇ ਉਹ ਪੁੰਗਰਦਾ ਹੈ ਨਾ, ਜਦੋਂ ਹਰਾ ਹੁੰਦਾ ਹੈ, ਵੇਖਣ ਨੂੰ ਉਹ ਬੋੜ ਦਾ ਬੀਜ ਬਹੁਤ ਸੂਖਮ ਲੱਗਦਾ, ਬਹੁਤ ਛੋਟਾ ਲੱਗਦਾ ਹੈ, ਪਰ ਜਦੋਂ ਸਾਧ ਸੰਗਤ ਜੀ ਉਹ ਵੱਧਦਾ ਹੈ, ਫੁੱਲਦਾ ਹੈ, ਉਹਦਾ ਵਿਸਥਾਰ ਬੜਾ ਵੱਡਾ ਹੁੰਦਾ। ਜਿੰਨੇ ਬੋੜ ਦਾ ਦਰਖਤ ਦਾ ਆਪਾਂ ਵਿਸਥਾਰ ਵੇਖਦੇ ਆਂ, ਹੋਰ ਦਰਖਤ ਦਾ ਤੇ ਨਹੀਂ ਉਹਨਾਂ ਵੇਖਦੇ। ਨਾਨਕ ਮੱਤਾ ਸਾਹਿਬ ਜਾਣੇ ਆਪਾਂ, ਵੇਖ ਲਓ ਉੱਥੇ ਹੇਠਾਂ ਸਾਧ ਸੰਗਤ ਜੀ ਸਪੋਰਟਾਂ ਦੇਣੀਆਂ ਪੈਂਦੀਆਂ, ਇੰਨਾ ਵਿਸਥਾਰ ਵਧਿਆ ਹੋਇਆ। ਪਰ ਜਿਹੜੇ ਦਾਣੇ ਤੋਂ ਪੈਦਾ ਹੋਇਆ, ਜਿਹੜੇ ਬੀਜ ਤੋਂ ਪੈਦਾ ਹੋਇਆ, ਉਹ ਬਿਲਕੁਲ ਛੋਟਾ ਜਿਹਾ, ਬਿਲਕੁਲ ਸੂਖਮ ਜਿਹਾ, ਪਰ ਉਹਦਾ ਵਿਸਥਾਰ ਵੇਖੋ ਕਿੰਨਾ ਵੱਡਾ ਹੁੰਦਾ ਹੈ। ਭਾਈ ਗੁਰਦਾਸ ਜੀ ਕਹਿੰਦੇ, ਜੈਸੇ ਹੀਰਾ ਹਾਥ ਮੈਂ ਤਨਕ ਸੋ ਦਿਖਾਈ ਦੇਤ, ਮੋਲ ਕੀਏ ਦਮਕਨ ਭਰਤ ਭੰਡਾਰ ਜੀ। ਜੈਸੇ ਬਰ ਬਾਂਧੇ ਹੁੰਡੀ ਲਾਗਤ ਨਾ ਭਾਰ, ਕਾ ਛਾਗੈ ਜਾਗੇ ਪਾਈਅਤ ਲక్ష్ਮੀ ਅਪਾਰ ਜੀ। ਜੈਸੇ ਬੱਟ ਬੀਜਤ ਸੂਖਮ ਸਰੂਪ ਹੋਤ ਬੋਏ ਸੇ ਵਿਵਧ ਕਰੇ ਬਿਰਖਾ ਵਿਸਥਾਰ ਜੀ। ਤੈਸੇ ਗੁਰ ਬਚਨ ਸਚਨ ਗੁਰ ਸਿੱਖਨ ਮੈਂ ਜਾਨੀਏ ਮਹਾਤਮ ਗਏ ਹੀ ਹਰ ਦੁਆਰ ਜੀ। ਕਹਿੰਦੇ ਜਿਵੇਂ ਹੀਰਾ ਵੇਖਣ ਨੂੰ ਛੋਟਾ ਜਿਹਾ ਲੱਗਦਾ ਹੈ, ਪਰ ਉਹਦੀ ਕੀਮਤ ਬੜੀ ਪੈਂਦੀ ਹੈ। ਕਹਿੰਦੇ ਹੁੰਡੀ ਕਾਗਜ਼ ਛੋਟਾ ਜਿਹਾ ਲੱਗਦਾ ਹੈ, ਪਰ ਉਹਦੀ ਕੀਮਤ ਬੜੀ ਪੈਂਦੀ ਹੈ। ਬੋੜ ਦਾ ਦਰਖਤ ਵੇਖਣ ਨੂੰ ਬਹੁਤ ਛੋਟਾ ਸੂਖਮ ਲੱਗਦਾ ਹੈ, ਪਰ ਉਹਦਾ ਵਿਸਥਾਰ ਬੜਾ ਵੱਡਾ ਹੁੰਦਾ ਹੈ। ਇਸੇ ਤਰ੍ਹਾਂ ਭਾਈ ਜਿਹੜੀਆਂ ਘੜੀਆਂ ਆਪਾਂ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਗੁਜ਼ਾਰਦੇ ਆ ਨਾ, ਸਤਸੰਗ ਵਿੱਚ ਗੁਜ਼ਾਰਦੇ ਆ, ਉਹ ਭਾਵੇਂ ਥੋੜੀਆਂ ਹੀ ਹੋਣ, ਪਰ ਉਹਦਾ ਮਹੱਤਵ ਬੜਾ ਵੱਡਾ ਹੈ, ਉਹਦੀ ਕੀਮਤ ਬੜੀ ਪੈਂਦੀ ਹੈ ਜੇ ਕਿਤੇ ਸੰਗਤ ਦਿਲੋਂ ਕੀਤੀ ਜਾਏ। ਇਸੇ ਤਰ੍ਹਾਂ ਕਹਿੰਦੇ ਭਾਵੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਉਮਰਾਂ ਵਿੱਚ ਛੋਟੇ ਲੱਗਦੇ ਸੀ, ਨਿਆਣੇ ਲੱਗਦੇ ਸੀ, ਪਰ ਸਾਧ ਸੰਗਤ ਉਹਨਾਂ ਤੇ ਕਿਰਪਾ ਬੜੀ ਵੱਡੀ ਵਰਤ ਰਹੀ ਸੀ, ਉਹਨਾਂ ਤੇ ਮਿਹਰ ਬੜੀ ਵੱਡੀ ਵਰਤ ਰਹੀ ਸੀ। ਤੇ ਜਿੰਨੀ ਮਿਹਰ ਉਹਨਾਂ ਤੇ ਵਰਤ ਰਹੀ ਸੀ, ਉਨੀਆਂ ਹੀ ਮਿਹਰਾਂ ਉਹ ਸੰਸਾਰ ਵਿੱਚ ਵਰਤਾ ਰਹੇ ਸਨ। ਐਵੇਂ ਨਹੀਂ, ਸਾਧ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਆਪਣੀ ਰਸਨਾ ਤੋਂ ਉਹਨਾਂ ਦੀ ਵਡਿਆਈ ਕੀਤੀ, ਉਹਨਾਂ ਦੀ ਸਿਫਤ ਕੀਤੀ। ਆਪਾਂ ਪੜ੍ਹਦੇ ਆ ਨਾ ਰੋਜ਼ ਅਰਦਾਸ ਵਿੱਚ, ਪ੍ਰਥਮ ਭਗਉਤੀ ਸਿਮਰ ਕੈ ਸ੍ਰੀ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਨਾਮ ਦਾਸੈ ਹੋਏ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਤ ਡਿਠੇ ਸਭ ਦੁੱਖ ਜਾਏ। ਸੱਚ ਸੀ, ਜਿਹੜਾ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦੇ ਦਰਸ਼ਨ ਕਰਦਾ ਸੀ, ਉਹਦਾ ਵੀ ਭਲਾ ਹੁੰਦਾ ਸੀ। ਜਿਹੜਾ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ 'ਚ ਆ ਕੇ ਨਤਮਸਤਕ ਹੁੰਦਾ, ਉਹਦਾ ਵੀ ਭਲਾ। ਜਿਹੜਾ ਗੁਰੂ ਸਾਹਿਬ ਜੀ ਦੀ ਸੰਗਤ ਕਰਦਾ, ਉਹਦਾ ਵੀ ਭਲਾ। ਜਿਹੜਾ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਕਮਾਉਂਦਾ ਹੈ,
ਉਹਦਾ ਵੀ ਭਲਾ ਹੁੰਦਾ। ਤੇ ਪਿਆਰ ਵਾਲੇ ਹਮੇਸ਼ਾ ਉਹਨਾਂ ਦੇ ਪਿਆਰ ਵਿੱਚ ਪੜ੍ਹਦੇ ਆ। ਉਹ ਗੁਰੂ ਸੰਗਤਾਂ ਨੂੰ ਤਾਰਨ ਆਏ, ਦਰਸ਼ਨ ਕਰ ਲੋ ਭਾਗਾਂ ਵਾਲਿਓ। ਸੰਗਤਾਂ ਨੂੰ ਤਾਰਨ ਆਏ, ਦਰਸ਼ਨ ਕਰ ਲੋ ਭਾਗਾਂ ਵਾਲਿਓ। ਸੰਗਤਾਂ ਨੂੰ ਤਾਰਨ ਆਏ, ਦਰਸ਼ਨ ਕਰ ਲੋ ਭਾਗਾਂ ਵਾਲਿਓ। ਗੁਰੂ ਸੰਗਤਾਂ ਨੂੰ ਤਾਰਨ ਆਏ, ਦਰਸ਼ਨ ਕਰ ਲੋ ਭਾਗਾਂ ਵਾਲਿਓ। ਗੁਰੂ ਸੰਗਤਾਂ ਨੂੰ ਤਾਰਨ ਆਏ, ਦਰਸ਼ਨ ਕਰ ਲੋ ਭਾਗਾਂ ਵਾਲਿਓ। ਸੰਗਤਾਂ ਨੂੰ ਤਾਰਨ ਆਏ, ਦਰਸ਼ਨ ਕਰ ਲੋ ਭਾਗਾਂ ਵਾਲਿਓ। ਦੁੱਖਾਂ ਨੂੰ ਨਿਵਾਰਨ ਆਏ, ਨਿਵਾਰਨ ਆਏ, ਤਾਰਨ ਆਏ, ਦਰਸ਼ਨ ਕਰ ਲੋ ਭਾਗਾਂ ਵਾਲਿਓ। ਸਤਿਗੁਰ ਦੁੱਖਾਂ ਨੂੰ ਨਿਵਾਰਨ ਆਏ, ਦਰਸ਼ਨ ਕਰ ਲੋ ਕਰਮਾਂ ਵਾਲਿਓ। ਦਰਸ਼ਨ ਕਰ ਲੋ ਭਾਗਾਂ ਵਾਲਿਓ। ਸਤਿਗੁਰ ਸੰਗਤਾਂ ਨੂੰ ਤਾਰਨ ਆਏ, ਦਰਸ਼ਨ ਕਰ ਲੋ ਭਾਗਾਂ ਵਾਲਿਓ। ਸਤਿਗੁਰ ਸੰਗਤਾਂ ਨੂੰ ਤਾਰਨ ਆਏ, ਦਰਸ਼ਨ ਕਰ ਲੋ ਭਾਗਾਂ ਵਾਲਿਓ। ਸਤਿਗੁਰ ਸੰਗਤਾਂ ਨੂੰ ਤਾਰਨ ਆਏ, ਦਰਸ਼ਨ ਕਰ ਲੋ ਭਾਗਾਂ ਵਾਲਿਓ। ਦਰਸ਼ਨ ਕਰ ਲੋ ਜੀ ਕਰਮਾਂ ਵਾਲਿਓ। ਸੰਗਤ ਕਰ ਲੋ ਜੀ ਭਾਗਾਂ ਵਾਲਿਓ। ਦਰਸ਼ਨ ਕਰ ਲੋ ਜੀ ਭਾਗਾਂ ਵਾਲਿਓ। ਦਰਸ਼ਨ ਕਰ ਲੋ ਜੀ ਕਰਮਾਂ ਵਾਲਿਓ। ਦਰਸ਼ਨ ਕਰ ਲੋ ਜੀ ਭਾਗਾਂ ਵਾਲਿਓ। ਦਰਸ਼ਨ ਕਰ ਲੋ ਜੀ ਭਾਗਾਂ ਵਾਲਿਓ। ਸੰਗਤ ਕਰ ਲੋ ਜੀ ਭਾਗਾਂ ਵਾਲਿਓ। ਸੰਗਤ ਕਰ ਲੋ ਜੀ ਕਰਮਾਂ ਵਾਲਿਓ। ਦਰਸ਼ਨ ਕਰ ਲੋ ਜੀ ਭਾਗਾਂ ਵਾਲਿਓ। ਦਰਸ਼ਨ ਕਰ ਲੋ ਜੀ ਕਰਮਾਂ ਵਾਲਿਓ। ਸੰਗਤ ਕਰ ਲੋ ਜੀ ਭਾਗਾਂ ਵਾਲਿਓ। ਸੰਗਤ ਕਰ ਲੋ ਜੀ ਭਾਗਾਂ ਵਾਲਿਓ। ਦੁੱਖਾਂ ਨੂੰ ਨਿਵਾਰਨ ਆਏ, ਤਾਰਨ ਆਏ, ਦਰਸ਼ਨ ਕਰ ਲੋ ਕਰਮਾਂ ਵਾਲਿਓ। ਸਤਿਗੁਰ ਸੰਗਤਾਂ ਨੂੰ ਤਾਰਨ ਆਏ, ਦਰਸ਼ਨ ਕਰ ਲੋ ਕਰਮਾਂ ਵਾਲਿਓ। ਸੰਗਤਾਂ ਨੂੰ ਤਾਰਨ ਆਏ, ਦਰਸ਼ਨ ਕਰ ਲੋ ਭਾਗਾਂ ਵਾਲਿਓ। ਸੰਗਤਾਂ ਨੂੰ ਤਾਰਨ ਆਏ, ਦਰਸ਼ਨ ਕਰ ਲੋ ਭਾਗਾਂ ਵਾਲਿਓ। ਸੰਗਤਾਂ ਨੂੰ ਤਾਰਨ ਆਏ, ਦਰਸ਼ਨ ਕਰ ਲੋ ਭਾਗਾਂ ਵਾਲਿਓ। ਸਤਿਗੁਰ ਸੰਗਤਾਂ ਨੂੰ ਤਾਰਨ ਆਏ, ਦਰਸ਼ਨ ਕਰ ਲੋ ਭਾਗਾਂ ਵਾਲਿਓ। ਸੋ ਕੋ ਟਲ ਗੁਰ ਸੇਵੀਐ, ਸੋ ਪਾਏ ਦਰਸ਼ਨ ਪਰਸਿਆ ਗੁਰੂ ਕੈ। ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਖਸਮ ਦੀ। ਨੂਰ ਅਰਸੋਂ ਕੁਰਸੋਂ ਚੱਟੀਐ,
ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ, ਜਨਮ ਦੀ ਕੱਟੀ। ਜਿਹਦਾ ਵੀ ਸਾਧ ਸੰਗਤ ਜੀ ਭਾਗ ਜਾਗਦਾ ਸੀ ਤਾਂ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਉਂਦਾ ਸੀ, ਤੇ ਜਿਹੜਾ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਦਾ ਸੀ ਜਨਮਾਂ ਜਨਮਾਂਤਰਾਂ ਦੇ ਦੁੱਖ ਕੱਟੇ ਜਾਂਦੇ ਸੀ। ਸ਼ਰਧਾ ਵਾਲਿਆਂ ਦੀ ਸ਼ਰਧਾ ਵੀ ਅੱਤ ਦੀ ਹੈ, ਪ੍ਰੇਮ ਵਾਲਿਆਂ ਦਾ ਪ੍ਰੇਮ ਵੀ ਅੱਤ ਦਾ ਹੈ। ਤੇ ਜਿਹੜੇ ਈਰਖਾ ਕਰਦੇ ਸੀ ਉਹਨਾਂ ਨੇ ਈਰਖਾ ਕਰਨ ਦੀ ਵੀ ਕੋਈ ਕਮੀ ਨਹੀਂ ਛੱਡੀ, ਵਿਰੋਧਤਾ ਕਰਨ ਦੀ ਵੀ ਕੋਈ ਕਮੀ ਨਹੀਂ ਛੱਡੀ। ਕਿਹੜੇ ਤਰੀਕੇ ਕਿਹੜੇ ਢੰਗ ਨਾਲ ਗੁਰਤਾ ਗੱਦੀ ਤੋਂ ਲਾਹਿਆ ਜਾਵੇ, ਇਹਨਾਂ ਦੀ ਨਰਾਦਰੀ ਕੀਤੀ ਜਾਵੇ। ਜਿਹੜਾ ਢੰਗ ਅਪਣਾ ਸਕਦੇ ਸੀ ਉਹ ਢੰਗ ਅਪਣਾਇਆ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਇੱਕ ਵਾਰ ਗੁਰਸਿੱਖ ਨਾਲ ਨੇ ਜਾ ਰਹੇ ਨੇ ਕਿਸੇ ਪਾਸੇ, ਕਿਸੇ ਨੂੰ ਕੋੜ ਹੋਇਆ ਸੀ, ਸਾਰਾ ਸਰੀਰ ਉਹਦਾ ਕੋੜ ਨਾਲ ਭਰਿਆ ਪਿਆ। ਤੇ ਈਰਖਾਲੂਆਂ ਨੇ ਨਾ ਉਹਨੂੰ ਲਿਆ ਕੇ ਰਸਤੇ ਵਿੱਚ ਪਾ ਦਿੱਤਾ ਵੀ ਇਸ ਰਸਤਿਓਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਨੇ ਲੰਘਣਾ, ਵੇਖਦੇ ਆ ਭਲਾ ਵੀ ਇਹਦਾ ਕੋੜ ਦੂਰ ਕਰਦੇ ਆ ਜਾਂ ਨਹੀਂ ਕਰ ਸਕਦੇ। ਜੇ ਤੇ ਕੋੜ ਦੂਰ ਹੋ ਗਿਆ, ਇਹਦਾ ਭਲਾ ਹੋ ਗਿਆ, ਫਿਰ ਤੇ ਸਮਝਾਂਗੇ ਵੀ ਕੋਈ ਨਾ ਕੋਈ ਤਾਕਤ ਹੈ, ਕੋਈ ਨਾ ਕੋਈ ਬਖਸ਼ਿਸ਼ ਹੈ। ਤੇ ਜੇ ਇਹਦਾ ਕੋੜ ਨਾ ਹਟਾ ਸਕੇ, ਸਮਝਾਂਗੇ ਵੀ ਇਹ ਗੁਰਤਾ ਗੱਦੀ ਦੇ ਲਾਇਕ ਨਹੀਂ ਹੈ। ਰੌਲਾ ਪਾਵਾਂਗੇ ਲੈ ਆ ਇਹਦਾ ਦੁੱਖ ਤੇ ਦੂਰ ਨਹੀਂ ਕਰ ਸਕੇ, ਇਹਨੂੰ ਆਪਾਂ ਮੱਥੇ ਟੇਕਦੇ ਆ, ਨਮਸਕਾਰਾਂ ਕਰਦੇ ਆ। ਕਹਿੰਦੇ ਮਹਾਰਾਜ ਆ ਰਹੇ ਨੇ, ਉਹ ਕੋੜੀ ਨੂੰ ਰਸਤੇ ਵਿੱਚ ਪਾ ਦਿੱਤਾ। ਸਤਿਗੁਰੂ ਜੀ ਨੇ ਤੱਕਿਆ, ਨਜ਼ਰ ਪਈ, ਕੋੜ ਨਾਲ ਤੜਫ ਰਿਹਾ ਹੈ, ਦੁੱਖ ਨਾਲ ਤੜਫ ਰਿਹਾ ਹੈ। ਗੁਰੂ ਸਾਹਿਬ ਜੀ ਕੋਲ ਗਏ, ਆਪਣੇ ਹਿੱਸੇ ਦੇ ਵਿੱਚੋਂ ਆਪਣਾ ਰੁਮਾਲ ਕੱਢਿਆ। ਕਹਿੰਦੇ ਆਪਣੇ ਰੁਮਾਲ ਦੇ ਨਾਲ ਉਹਦਾ ਮੁਖ ਸਾਫ਼ ਕੀਤਾ, ਉਹਦੇ ਸਰੀਰ ਤੇ ਉਹ ਰੁਮਾਲ ਫੇਰਿਆ। ਕਹਿੰਦੇ ਜਿਵੇਂ ਜਿਵੇਂ ਉਹਦੇ ਸਰੀਰ ਤੇ ਸਤਿਗੁਰੂ ਜੀ ਆਪਣੇ ਮੁਬਾਰਕ ਹੱਥਾਂ ਦੇ ਨਾਲ ਰੁਮਾਲ ਫੇਰਦੇ ਆ ਨਾ, ਉਹਦੀ ਤਕਲੀਫ ਘਟਦੀ ਜਾਂਦੀ ਹੈ, ਉਹਦਾ ਦੁੱਖ ਘਟਦਾ ਜਾਂਦਾ। ਕਹਿੰਦੇ ਦੇਂਦਿਆਂ ਉਹਦਾ ਸਰੀਰ ਕੰਚਨ ਵਰਗਾ ਹੋ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਰੀਰ ਕੰਚਨ ਵਰਗਾ। ਸਤਿ ਸ੍ਰੀ ਅਕਾਲ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਜਮ ਕੀ ਫੰਦਾ। ਕਹਿੰਦੇ ਆ ਤਨ ਦੇ ਦੁੱਖਾਂ ਦੀ ਕਿਹੜੀ ਗੱਲ ਹੈ, ਤਨ ਦੇ ਦੁੱਖਾਂ ਦੀ ਕਿਹੜੀ ਗੱਲ ਹੈ। ਬਾਕੀ ਸ਼ਰਧਾ ਦੀ ਵੀ ਗੱਲ ਹੁੰਦੀ ਹੈ ਭਾਈ, ਭਾਵਨਾ ਦੀ ਵੀ ਗੱਲ ਹੁੰਦੀ ਹੈ। ਪਾਉਣ ਵਾਲੇ ਤੇ ਭਾਵੇਂ ਉਹਨੂੰ ਰਸਤੇ ਵਿੱਚ ਪਾ ਗਏ, ਜਿਹਦਾ ਸਤਿਗੁਰੂ ਜੀ ਨੇ ਰੋਗ ਦੂਰ ਕੀਤਾ, ਦੁੱਖ ਕੱਟਿਆ, ਉਹਦਾ ਪ੍ਰੇਮ ਵੀ ਤੇ ਹੋਏਗਾ ਨਾ। ਕੀ ਪਤਾ ਕਿੰਨੇ ਕ ਸਮੇਂ ਦਾ ਦਿਲੋਂ ਕਿੰਨੀਆਂ ਕੁ ਅਰਦਾਸਾਂ ਕਰਦਾ ਹੋਣਾ ਵੀ ਮਹਾਰਾਜ ਮੇਰੇ ਤੇ ਵੀ ਕਿਰਪਾ ਕਰ ਦਿਓ, ਮੇਰੇ ਤੇ ਵੀ ਮਿਹਰ ਕਰ ਦਿਓ। ਕਿਰਪਾ ਐਵੇਂ ਨਹੀਂ ਹੁੰਦੀ, ਬਖਸ਼ਿਸ਼ ਐਵੇਂ ਨਹੀਂ ਹੁੰਦੀ। ਸਾਚ ਕਹੂੰ ਸੁਨ ਲਿਓ ਸਭੈ ਜਨ ਪ੍ਰੇਮ ਕੀਓ, ਤਿਨ ਹੀ ਪ੍ਰਭ ਪਾਇਓ। ਅੰਦਰੋਂ ਪ੍ਰੇਮ ਵੀ ਤੇ ਹੋਣਾ ਚਾਹੀਦਾ ਹੈ ਨਾ। ਲਿਆਉਣ ਵਾਲਿਆਂ ਦਾ ਤੇ ਹੋ ਸਕਦਾ ਐਵੇਂ ਬਹਾਨਾ ਹੀ ਬਣਿਆ ਹੋਵੇ, ਉਹਦੇ ਭਾਗ ਉਹਦੇ ਪ੍ਰੇਮ ਨੇ ਜਗਾਏ ਹੋਣ, ਉਹਦੇ ਕਰਮ ਉਹਦੀ ਸ਼ਰਧਾ ਨੇ ਜਗਾਏ ਹੋਣ। ਬਾਬਾ ਆਨੰਦ ਸਿੰਘ ਜੀ ਮਹਾਰਾਜ ਨਾਨਕਸਰ ਕਲੇਰਾਂ ਵਾਲੇ, ਇਹਨਾਂ ਦੇ ਕੋਲ
ਰਾਜਸਥਾਨ ਰਿਆਸਤ ਦਾ ਰਾਜਾ ਆ ਗਿਆ। ਅੰਮ੍ਰਿਤ ਵੇਲਾ, ਨਾਨਕਸਰ ਕਲੇਰਾਂ ਉਦੋਂ ਜੰਗਲ ਵੀ ਆਬਾਨ ਹੁੰਦਾ ਸੀ। ਅੱਜ ਤੇ ਹੁਣ ਰੌਣਕਾਂ ਲੱਗੀਆਂ, ਰੰਗ ਭਾਗ ਲੱਗੇ ਨੇ, ਹਰ ਪਾਸੇ ਸੰਖ ਮਰਮਰ, ਬੜੀਆਂ ਸੋਹਣੀਆਂ ਬਿਲਡਿੰਗਾਂ, ਬੜੇ ਸੋਹਣੇ ਅਸਥਾਨ ਬਣੇ ਨੇ। ਉਦੋਂ ਕੱਖਾਂ ਦੀ ਕੁੱਲੀ ਵਿੱਚ ਬਾਬਾ ਜੀ ਰਹਿੰਦੇ ਸਨ। ਹਰ ਪਾਸੇ ਦਰਖਤ ਹੀ ਦਰਖਤ, ਝਾੜੀਆਂ ਹੀ ਝਾੜੀਆਂ। ਅੰਮ੍ਰਿਤ ਵੇਲਾ ਤੇ ਬਾਬਾ ਜੀ ਟਹਿਲਦੇ ਫਿਰਦੇ ਨੇ। ਇਹ ਰਾਜਾ ਦਰਸ਼ਨ ਕਰਨ ਵਾਸਤੇ ਆਇਆ, ਬਾਬਾ ਜੀ ਨੂੰ ਮਿਲਿਆ, ਨਮਸਕਾਰ ਕੀਤੀ। ਕਹਿਣ ਲੱਗਾ, ਬਾਬਾ ਜੀ ਮੇਰੇ ਤੇ ਵੀ ਕਿਰਪਾ ਕਰ ਦਿਓ, ਮੇਰੇ ਤੇ ਵੀ ਮਿਹਰ ਕਰ ਦਿਓ, ਮੇਰਾ ਵੀ ਭਲਾ ਹੋ ਜਾਏ। ਬਾਬਾ ਜੀ ਨੇ ਇਹਦੀ ਬੇਨਤੀ ਸੁਣ ਲਈ, ਪਰ ਅੱਗੋਂ ਕੋਈ ਜਵਾਬ ਨਾ ਦਿੱਤਾ। ਤੁਰਦੇ ਜਾ ਰਹੇ ਨੇ, ਰਾਜਾ ਵੀ ਨਾਲ ਤੁਰਿਆ ਜਾਂਦਾ। ਥੋੜੇ ਚਿਰ ਬਾਅਦ ਫਿਰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਮੇਰੇ ਤੇ ਮਿਹਰ ਕਰੋ, ਮੇਰਾ ਵੀ ਭਲਾ ਹੋ ਜਾਏ। ਦੂਸਰੀ ਵਾਰ ਬੇਨਤੀ ਸੁਣੀ, ਪਰ ਬੋਲੇ ਕੁਝ ਨਹੀਂ ਜਵਾਬ ਦਿੱਤਾ। ਅੱਗੇ ਕੀ ਹੋਇਆ? ਇੱਕ ਕਿੱਕਰ ਦਾ ਦਰਖਤ ਆਇਆ। ਉਹ ਦਰਖਤ ਦੇ ਹੇਠਾਂ ਘੜੇ ਦਾ ਟੁੱਟਿਆ ਹੋਇਆ ਠੀਕਰਾ ਪਿਆ। ਉਸ ਠੀਕਰੇ ਦੇ ਵਿੱਚ ਥੋੜਾ ਜਿਹਾ ਪਾਣੀ ਹੈ, ਪਤਾ ਨਹੀਂ ਕਦੋਂ ਕਦਾ ਤਰੇਲ ਦਾ ਵੀ ਹੋ ਸਕਦਾ। ਪਾਣੀ ਕਾਲਾ ਵੇਖਣ ਨੂੰ ਬਿਲਕੁਲ। ਬਾਬਾ ਜੀ ਕੋਲ ਜਾ ਕੇ ਖਲੋ ਗਏ ਤੇ ਇੰਨੇ ਚਿਰ ਨੂੰ ਤੀਸਰੀ ਵਾਰੀ ਫੇਰੇ ਨੇ ਬੇਨਤੀ ਕਰ ਦਿੱਤੀ, ਮਹਾਰਾਜ ਮੈਂ 2 ਵਾਰੀ ਪਹਿਲਾਂ ਬੇਨਤੀ ਕੀਤੀ ਹੈ ਵੀ ਮੇਰੇ ਤੇ ਵੀ ਕਿਰਪਾ ਕਰ ਦਿਓ, ਮੇਰੇ ਤੇ ਵੀ ਮਿਹਰ ਕਰ ਦਿਓ, ਮੇਰਾ ਵੀ ਭਲਾ ਹੋ ਜਾਏ। ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਭਾਈ ਕਿਰਪਾ ਲੈਣੀ ਹੈ ਤੇ ਆ ਜਿਹੜਾ ਠੀਕਰੇ 'ਚ ਜਲ ਪਿਆ ਨਾ, ਇਹ ਜਲ ਛਕ ਲੈ, ਕਿਰਪਾ ਹੋ ਜਾਏਗੀ। ਉਹ ਹੁਣ ਰਾਜਾ ਸੀ। ਠੀਕਰੇ ਵੱਲੀ ਵੇਖ ਕੇ, ਜਲ ਵੱਲੀ ਵੇਖ ਕੇ ਕਹਿੰਦਾ, ਬਾਬਾ ਜੀ ਮੈਂ ਰਾਜਾ, ਮੇਰੇ ਛਕਣ ਵਾਸਤੇ 36 ਪਦਾਰਥ ਨੇ, ਆ ਜਲ ਵੱਲੀ ਤੇ ਵੇਖਣ ਨੂੰ ਦਿਲ ਨਹੀਂ ਕਰਦਾ, ਤੁਸੀਂ ਛਕਣ ਵਾਸਤੇ ਕਹਿ ਰਹੇ ਹੋ, ਇਹ ਤੇ ਕਾਲਾ ਹੋਇਆ ਪਿਆ। ਮਹਾਰਾਜ ਜੇ ਜਲ ਨਹੀਂ ਛਕਣ ਯੋਗ, ਮੈਂ ਨਹੀਂ ਛਕ ਸਕਦਾ। ਬਾਬਾ ਜੀ ਕਹਿੰਦੇ, ਨਹੀਂ ਛਕ ਸਕਦਾ ਤੇ ਭਾਈ ਤੇਰੀ ਮਰਜ਼ੀ। ਇੰਨੇ ਚਿਰ ਨੂੰ ਇੱਕ ਕੋੜੀ ਆ ਗਿਆ, ਆ ਕੇ ਬਾਬਾ ਜੀ ਦੇ ਚਰਨੀ ਢਹਿ ਪਿਆ, ਰੋਵੇ ਕਰਲਾਵੇ। ਬਾਬਾ ਜੀ ਪਤਾ ਨਹੀਂ ਕਿਹੜਾ ਮਾੜਾ ਕਰਮ ਹੁੰਦੀ ਤੇ ਗੱਲ ਕਰਮਾਂ ਦੀ ਹੈ ਭਾਈ। ਦੱਦਾ ਦੋਸ ਨਾ ਦੇਉ ਕਿਸੇ, ਦੋਸ ਕਰਮ ਆਪਣਿਆ। ਜੋ ਮੈਂ ਪਾਇਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਕੀਤੇ ਹੋਏ ਕਰਮ ਹੀ ਤੇ ਅੱਗੇ ਆਉਂਦੇ ਨੇ। ਕਈ ਕਰਮ ਇਹੋ ਜਿਹੇ ਹੁੰਦੇ ਆ, ਉਹ ਮਾਫ ਕੀਤੇ ਜਾ ਸਕਦੇ ਆ। ਆਪਾਂ ਮਾਫ ਕਰ ਦਿੰਦੇ ਆ ਵੀ ਚਲੋ ਕੋਈ ਗੱਲ ਨਹੀਂ, ਗਲਤੀ ਹੋ ਗਈ। ਪਰਿਵਾਰ ਵਾਲੇ ਵੀ ਮਾਫ ਕਰ ਦਿੰਦੇ ਆ, ਨਗਰ ਵਾਲੇ ਵੀ ਮਾਫ ਕਰ ਦਿੰਦੇ ਆ, ਇੱਥੇ ਤੱਕ ਸਰਕਾਰ ਵੀ ਮਾਫ ਕਰ ਦਿੰਦੀ ਹੈ। ਪਰ ਯਾਦ ਰੱਖੀ, ਤੇਰੇ ਕਰਮ ਨੇ ਤੈਨੂੰ ਮਾਫ ਨਹੀਂ ਕਰਨਾ। ਉਹ ਇੱਕ ਨਾ ਇੱਕ ਦਿਨ ਤੇਰੇ ਅੱਗੇ ਜ਼ਰੂਰ ਆ ਕੇ ਖਲੋਏਗਾ। ਜੈਸਾ ਬੀਜੈ ਸੋਲਣੇ ਕਰਮ ਸੰਧੜਾ ਖੇਤ। ਜਿਹੋ ਜਿਹਾ ਬੀਜਿਆ ਹੋਏਗਾ ਵੱਢਣਾ ਜ਼ਰੂਰ ਪਏਗਾ ਭਾਈ। ਬਾਬਾ ਜੀ ਪਤਾ ਨਹੀਂ ਕਿਹੜਾ ਮਾੜਾ ਕਰਮ ਅੱਗੇ ਆ ਗਿਆ। ਆ ਭੈੜਾ ਰੋਗ ਲੱਗਿਆ, ਲਾਜ ਹੋ ਗਿਆ। ਇਸੇ ਰੋਗ ਕਰਕੇ ਕਹਿੰਦੇ ਘਰ ਵਾਲਿਆਂ ਨੇ ਘਰੋਂ ਕੱਢ ਦਿੱਤਾ, ਨਗਰ ਵਾਲਿਆਂ ਨੇ ਨਗਰ ਤੋਂ। ਸਾਰੇ ਮੇਰੇ ਨਾਲ ਨਫ਼ਰਤ ਕਰਦੇ ਆ, ਕੋਈ ਮੇਰੇ ਕੋਲ ਖਲੋਂਦਾ ਨਹੀਂ, ਕੋਈ ਮੇਰੇ ਨਾਲ ਗੱਲ ਨਹੀਂ ਕਰਦਾ। ਬਾਬਾ ਜੀ ਕਿਰਪਾ ਕਰੋ। ਮਹਾਂਪੁਰਖ ਕਹਿਣ ਲੱਗੇ, ਠੀਕਰੇ ਵਾਲਾ ਜਲ ਤੂੰ ਛਕ ਲੈ, ਕਿਰਪਾ ਤੇਰੇ ਤੇ ਹੋ ਜਾਏਗੀ, ਕਿਰਪਾ ਤੇਰੇ ਤੇ ਹੋ ਜਾਏਗੀ। ਬਚਨ ਗੁਰੂ ਜੋ ਪੂਰੇ ਕਹਿਆ, ਮੈਂ ਛੀਕ ਗਾਂਠ ਦੀ ਵਾਧਾ।
ਗਿਰ ਵਸਦਾ ਜਲ ਪਵਨ ਜਾਏਗਾ, ਇੱਕ ਸਾਧ ਬਚਨ ਅਟਲਾਦਾ। ਤੇਰੇ ਤੇ ਕਿਰਪਾ ਹੋ ਜਾਏਗੀ, ਸ਼ਕਲ ਹੈ ਭਾਈ। ਸਤ ਬਚਨ ਕਹਿ ਕੇ ਠੀਕਰਾ ਮੂੰਹ ਨੂੰ ਲਾ ਲਿਆ। ਜਿਵੇਂ ਜਿਵੇਂ ਸਾਧ ਸੰਗਤ ਜਲ ਛਕਦਾ ਹੈ ਨਾ, ਜਿਹੜੇ ਰੋਗ ਨਾਲ ਤੜਫਦਾ ਸੀ ਉਹ ਦਰਦ ਘਟਣਾ ਸ਼ੁਰੂ ਹੋ ਗਿਆ। ਤੜਫਦਾ ਸੀ, ਚੀਕਾਂ ਮਾਰਦਾ ਸੀ, ਸ਼ਾਂਤ ਹੋ ਕੇ ਖਲੋ ਗਿਆ। ਦਰਦ ਹਟ ਗਿਆ, ਤਕਲੀਫ ਹਟ ਗਈ। ਬਾਬਾ ਜੀ ਦੇ ਚਰਨੀ ਢਹਿ ਪਿਆ। ਕਹਿੰਦੇ ਮਹਾਰਾਜ ਮੇਰੀਆਂ ਤੇ ਚੀਕਾਂ ਨਿਕਲਦੀਆਂ ਸੀ ਦਰਦ ਦੇ ਨਾਲ, ਤੜਫਦਾ ਸੀ, ਰੋਂਦਾ ਸੀ, ਕਰਲਾਉਂਦਾ ਸੀ। ਸ਼ਾਂਤੀ ਆ ਗਈ ਮਹਾਰਾਜ ਜਲ ਛਕ ਕੇ। ਕਹਿੰਦੇ ਕੋਈ ਗੱਲ ਨਹੀਂ ਭਾਈ, ਜਿਵੇਂ ਦਰਦ ਘਟ ਗਿਆ ਐਵੇਂ ਹੌਲੀ ਹੌਲੀ ਰੋਗ ਵੀ ਹਟ ਜਾਣਾ। ਕਹਿੰਦੇ ਉਹਦਾ ਰੋਗ ਹਟ ਗਿਆ, ਹੌਲੀ ਹੌਲੀ ਸਰੀਰ ਸਾਰਾ ਸਾਫ਼ ਹੋ ਗਿਆ। ਕਹਿੰਦੇ ਰਾਜਾ ਬੜਾ ਪਛਤਾਉਂਦਾ ਹੈ, ਮਨਾ ਮੇਰਿਆ ਤੇ ਤੋਂ ਬਾਬਾ ਜੀ ਦੇ ਬਚਨ ਨਹੀਂ ਕਮਾਏ ਗਏ, ਬਚਨ ਨਹੀਂ ਮੰਨੇ ਗਏ। ਇਹਦੇ ਤੇ ਕਿਰਪਾ ਹੋ ਗਈ, ਤੂੰ ਬਚਨ ਮੰਨ ਲੈਂਦਾ ਤੇਰੇ ਤੇ ਨਾ ਕਿਰਪਾ ਹੁੰਦੀ। ਇਹਦੇ ਤੇ ਮਿਹਰ ਹੋ ਗਈ, ਤੂੰ ਬਚਨ ਮੰਨ ਲੈਂਦਾ ਤੇਰੇ ਤੇ ਮਿਹਰ ਨਾ ਹੁੰਦੀ। ਕਹਿੰਦੇ ਇਹਨੇ ਬਚਨ ਮੰਨਿਆ, ਇਹਦੇ ਤੇ ਤਨ ਦਾ ਰੋਗ ਗਿਆ। ਓਏ ਮੂਰਖਾ, ਕਿਤੇ ਤੂੰ ਬਚਨ ਮੰਨ ਲੈਂਦਾ ਤੇਰੇ ਮਨ ਦਾ ਰੋਗ ਚਲਿਆ ਜਾਣਾ ਸੀ। ਪਰ ਅਬ ਪਛਤਾਏ ਕਿਆ ਹੋਤ, ਜਬ ਚਿੜੀਆ ਚੁਗ ਗਈ ਖੇਤ। ਬਾਬਾ ਜੀ ਕਹਿਣ ਲੱਗੇ ਕਿ ਭਾਈ ਹੁਣ ਸਮਾਂ ਹੱਥੋਂ ਲੰਘ ਗਿਆ। ਫਿਰ ਮਿੰਨਤਾਂ ਕਰਦਾ, ਮਹਾਰਾਜ ਭੁੱਲ ਹੋ ਗਈ, ਗਲਤੀ ਹੋ ਗਈ, ਮਿਹਰ ਕਰੋ। ਬਾਬਾ ਜੀ ਕਹਿੰਦੇ ਇਹ ਸਮਾਂ ਉਹੀ ਸੀ, ਉਦੋਂ ਸੰਭਾਲ ਲੈਂਦਾ ਤੇ ਸੰਭਾਲ ਲੈਂਦਾ। ਹੁਣ ਕਿਤੇ ਫੇਰ ਤੇਰੇ ਕਰਮ ਜਾਗਣਗੇ, ਭਾਗ ਜਾਗਣਗੇ, ਸਮਾਂ ਆਏਗਾ ਫਿਰ ਵੇਖੀ ਜਾਏਗੀ। ਗੱਲ ਤੇ ਸ਼ਰਧਾ ਦੀ ਹੈ, ਗੱਲ ਤੇ ਭਾਵਨਾ ਦੀ ਹੈ। ਜੇ ਭਾਵਨਾ ਹੀ ਹੈ ਨਹੀਂ, ਪਿਆਰ ਹੀ ਹੈ ਨਹੀਂ, ਤੇ ਕਿਰਪਾ ਕਿੱਥੋਂ ਹੋਏਗੀ, ਮਿਹਰ ਕਿੱਥੇ ਹੋਏਗੀ। ਮਹਾਂਪੁਰਖ ਪੜਿਆ ਕਰਦੇ ਆ ਨਾ ਧਾਰਨਾ, ਪਿਆਰੇ ਜੀ ਫਲ ਲਗੇ ਭਾਵਨਾ, 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 ਪਿਆਰੇ ਜੀ ਫਲ ਲਗੇ ਭਾਵਨਾ। ਬਾਣੀ ਕਹਿੰਦੀ ਫਲ ਲਗੇ ਭਾਵਨਾ, ਬਾਣੀ ਕਹਿੰਦੀ ਫਲ ਲਗੇ ਭਾਵਨਾ, ਬਾਣੀ ਕਹਿੰਦੀ ਫਲ ਲਗੇ ਭਾਵਨਾ, ਉਹ ਬਾਣੀ ਕਹਿੰਦੀ ਫਲ ਲਗੇ ਭਾਵਨਾ, ਬਾਣੀ ਕਹਿੰਦੀ ਫਲ ਲਗੇ ਭਾਵਨਾ ਨੂੰ, ਬਾਣੀ ਕਹਿੰਦੀ ਫਲ ਲਗੇ ਭਾਵਨਾ ਨੂੰ। ਫਲ ਲਗੇ ਜੀ ਪਿਆਰੇ ਭਾਵਨਾ ਨੂੰ, ਫਲ ਲਗੇ ਜੀ ਹਾਂ ਭਾਵਨਾ ਨੂੰ, ਉਹ ਫਲ ਲਗੇ ਜੀ ਭਾਵਨਾ ਨੂੰ, ਉਹ ਫਲ ਲਗੇ ਜੀ ਭਾਵਨਾ ਨੂੰ, ਆ ਫਲ ਲਗੇ ਜੀ ਭਾਵਨਾ ਨੂੰ, ਆ ਫਲ ਲਗੇ ਜੀ ਭਾਵਨਾ ਨੂੰ, 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 ਉਹ ਫਲ ਲਗੇ ਜੀ ਭਾਵਨਾ ਨੂੰ, ਆ ਫਲ ਲਗੇ ਜੀ ਭਾਵਨਾ ਨੂੰ, ਫਲ ਲਗੇ ਜੀ ਭਾਵਨਾ ਨੂੰ। ਸਤਿਗੁਰ ਖੁਸ਼ੀਆਂ ਹੀ ਖੁਸ਼ੀਆਂ ਵੰਡਦੇ, ਫਲ ਲਗੇ ਭਾਵਨਾ ਨੂੰ, ਸਤਿਗੁਰ
ਖੁਸ਼ੀਆਂ ਹੀ ਖੁਸ਼ੀਆਂ ਵੰਡਦੇ ਸਾਧੂ ਮੇਰਾ ਦੀ ਨਜ਼ਰ ਨਾਲ ਉਹ ਫੜ ਲੱਗੇ ਭਾਵਨਾ ਨੂੰ ਸਾਧੂ ਮੇਰਾ ਦੀ ਨਜ਼ਰ ਨਾਲ ਤਾਰੇ ਉਹ ਫੜ ਲੱਗੇ ਭਾਵਨਾ ਨੂੰ ਸਾਧੂ ਮੇਰਾ ਦੀ ਨਜ਼ਰ ਨਾਲ ਤਾਰੇ ਉਹ ਫੜ ਲੱਗੇ ਭਾਵਨਾ ਸਾਧੂ ਮੇਰਾ ਦੀ ਨਜ਼ਰ ਨਾਲ ਤਾਰ ਦੇ ਫਲ ਲੱਗੇ ਪਾਵਨਾ ਨੂੰ ਸਾਧੂ ਮੇਰਾ ਦੀ ਨਜ਼ਰ ਨਾਲ ਤਾਰ ਦੇ ਫਲ ਲੱਗੇ ਪਾਵਨਾ ਨੂੰ। ਦਾਤਾ ਜੀ ਤੇ ਸਭ ਨੂੰ ਖੁਸ਼ੀਆਂ ਵੰਡਦੇ ਨੇ, ਮਹਾਂਪੁਰਖ ਤੇ ਸਭ ਨੂੰ ਖੁਸ਼ੀਆਂ ਵੰਡਦੇ ਨੇ, ਸਭ ਨੂੰ ਮਿਹਰਾਂ ਦੀ ਨਜ਼ਰ ਨਾਲ ਵੇਖਦੇ ਆ, ਪਰ ਝੋਲੀ ਉਹਨਾਂ ਦੀ ਭਰਦੀ ਹੈ ਜਿਹੜਾ ਸ਼ਰਧਾ ਧਾਰ ਕੇ ਬੈਠਾ, ਜਿਹੜਾ ਪ੍ਰੇਮ ਧਾਰ ਕੇ ਬੈਠਾ। ਦੁਖਿਆਰੇ ਤੇ ਬੜੇ ਆਉਂਦੇ ਨੇ ਭਾਈ, ਆਪੋ ਆਪਣੇ ਦੁੱਖ ਲੈ ਕੇ ਸਾਰੇ ਹੀ ਅਰਦਾਸਾਂ ਕਰਦੇ ਆ, ਪਰ ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਆ ਜਿਹੜੇ ਪ੍ਰੇਮ ਨਾਲ ਅੰਦਰੋਂ ਚਰਨ ਫੜ ਲੈਂਦੇ ਆ ਵੀ ਮਹਾਰਾਜ ਹੁਣ ਤੇ ਤੇਰੀ ਸ਼ਰਨ ਵਿੱਚ ਆਏ ਆ, ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਨਾਥ ਸ਼ਰਨ ਤੁਆਰੀ ਆਇਓ ਨਾਨਕੇ ਪ੍ਰਭ ਸਾਥ ਪ੍ਰਭ ਸਾਥ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਨੇ ਕਿਰਪਾ ਕੀਤੀ, ਉਹਦਾ ਕੋੜ ਦਾ ਰੋਗ ਦੂਰ ਹੋ ਗਿਆ। ਮਹਾਰਾਜ ਜੀ ਦੀ ਮਹਿਮਾ ਹੋਰ ਵੀ ਵੱਧ ਗਈ, ਸੋਭਾ ਹੋਰ ਵੀ ਵੱਧ ਗਈ, ਪਰ ਈਰ ਖਾਲੂਆਂ ਤੇ ਸੋਭਾ ਕਿੱਥੇ ਜਰੀ ਜਾਂਦੀ ਹੈ। ਨਿੰਦਕਾਂ ਤੋਂ ਸੋਭਾ ਵਡਿਆਈ ਕਿੱਥੇ ਜਰੀ ਜਾਂਦੀ ਹੈ ਭਾਈ। ਜਿਹੜੇ ਹੋਰ ਲੋਕ ਨੇ ਬਾਹਰਲੇ ਨੇ ਉਹ ਤੇ ਈਰਖਾ ਕਰਨ ਭਾਵੇਂ 100 ਵਾਰੀ ਕਰੀ ਜਾਣ, ਪਰ ਘਰ ਦੇ ਵਿੱਚ ਹੀ ਵੱਡੇ ਭਰਾਤਾ ਰਾਮ ਰਾਏ ਜੀ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ। ਮਸੰਦਾਂ ਨੂੰ ਆਪਣੇ ਨਾਲ ਰਲਾਇਆ, ਉਹ ਕਹਿੰਦੇ ਤੁਸੀਂ ਪ੍ਰਚਾਰ ਕਰੋ ਵੀ ਤੇ ਐਵੇਂ ਮਹਾਰਾਜ ਇਹਨਾਂ ਨੂੰ ਬਿਠਾ ਗਏ, ਅਸਲ ਤੇ ਸਾਰੀਆਂ ਸ਼ਕਤੀਆਂ ਕਰਾਮਾਤਾਂ ਰਾਮ ਰਾਏ ਕੋਲ ਹੈ, ਮੇਰਾ ਪ੍ਰਚਾਰ ਕਰੋ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਨਿੰਦਿਆ ਕਰੋ, ਪਰ ਨਿੰਦਿਆ ਕਰਨ ਨਾਲ ਕੀ ਹੁੰਦਾ ਭਾਈ। ਬੜੇ ਲੋਕੀ ਨੇ ਮਹਾਂਪੁਰਖਾਂ ਦੀ ਨਿੰਦਿਆ ਕਰਨ ਵਾਲੇ, ਦਿਨ ਰਾਤ ਇੱਕ ਕੀਤਾ ਹੋਇਆ ਨਿੰਦਿਆ ਕਰ, ਪਰ ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੇ ਸਚਿਆਰਾ। ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਏ ਨਾ ਮਿਟਣ ਹਾਰਾ। ਕਿਵੇਂ ਖਤਮ ਹੋ ਜਾਏਗੀ ਮਹਾਂਪੁਰਖਾਂ ਦੀ ਵਡਿਆਈ ਜਦੋਂ ਬਾਣੀ ਮੋਹਰ ਲਾਉਂਦੀ ਹੈ। ਜਿਨ੍ਹਾਂ ਦੇ ਹਿਰਦੇ 'ਚ ਰੱਬ ਵਸਿਆ ਹੋਇਆ, ਰੱਬ ਬੈਠਾ ਭਾਈ, ਜਿਨ੍ਹਾਂ ਨੇ ਬਿਠਾਇਆ ਆਸਣ ਲਾਇਆ, ਸਾਰਾ ਸੰਸਾਰ ਰੱਜ ਰੱਜ ਕੇ ਨਿੰਦਿਆ ਕਰ ਲੇ, ਉਹਨਾਂ ਦੀ ਸੋਭਾ ਖਤਮ ਨਹੀਂ ਹੋ ਸਕਦੀ। ਹਾਂ ਵੱਧ ਜ਼ਰੂਰ ਜਾਏਗੀ। ਹੁਣ ਕਿੰਨਾ ਜ਼ੋਰ ਲੱਗਾ, ਕੋਤਰੀਆਂ ਇਹ ਲੜੀਆਂ ਚਲਾਉਂਦੇ ਆ ਜੀ, ਫਲਾਨਾ ਨਾਨਕਸਰ। ਆ ਹੁਣ ਦੇਖ ਲਓ ਕਰੋਨਾ ਦੀ ਕਰਕੇ ਪ੍ਰਸ਼ਾਸਨ ਵਾਲਿਆਂ ਨੇ, ਸਾਧ ਸੰਗਤ ਮਹਾਂਪੁਰਖਾਂ ਨੇ ਵੀ ਸੰਗਤ ਨੂੰ ਰੋਕਿਆ ਸੀ। ਫੈਸਲਾ ਮਹਾਂਪੁਰਖਾਂ ਨੇ ਕੀਤਾ ਵੀ ਪਾਠ ਘੱਟ ਰੱਖਣੇ ਨੇ, ਅਖੰਡ ਪਾਠ ਘੱਟ ਹੋਣਗੇ, ਵੀ ਜ਼ਿਆਦਾ ਪਾਠੀ ਪਾਠ ਜ਼ਿਆਦੇ ਹੋਏ ਤੇ ਪਾਠੀ ਸਿੰਘ ਜ਼ਿਆਦਾ ਹੋਣਗੇ। ਪਰ ਜਿਨ੍ਹਾਂ ਦਾ ਪ੍ਰੇਮ ਸੀ, ਜਿਨ੍ਹਾਂ ਦੀ ਸ਼ਰਧਾ ਸੀ, ਜਿਵੇਂ ਗੁਰਬਾਣੀ ਦਾ ਫੈਸਲਾ ਨਾ ਪਾਈ, ਝੱਖੜ ਝਾਂਗੀ ਮੀਂਹੋਂ ਵਰਸੇ ਭੀ ਗੁਰ ਦੇਖਣ ਜਾਈ।
ਸਮੁੰਦ ਸਾਗਰ ਹੋਵੇ ਕੋ ਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ। ਕਹਿੰਦੇ ਪ੍ਰੇਮ ਹੋਵੇ ਤੇ ਖਾਰੇ ਸਮੁੰਦਰ ਪਾਰ ਕਰਕੇ ਵੀ ਗੁਰਸਿੱਖ ਚਲੇ ਜਾਂਦੇ ਆ। ਐਵੇਂ ਪ੍ਰੇਮ ਵਾਲਿਆਂ ਨੇ ਸਾਧ ਸੰਗਤ ਬਿਮਾਰੀ ਦੀ ਪਰਵਾਹ ਨਹੀਂ ਕੀਤੀ, ਬਿਮਾਰੀ ਦੀ ਪਰਵਾਹ ਨਹੀਂ ਕੀਤੀ ਵੀ ਉੱਥੇ ਇਕੱਠ ਬੜਾ ਹੋਣਾ ਜੀ, ਇੱਕ ਦੂਜੇ ਤੋਂ ਦੂਰੀ ਨਹੀਂ ਰਹਿਣੀ। ਸੈਂਕੜੇ ਪਾਠੀ ਸਿੰਘ ਆ ਗਏ ਬਾਬਾ ਜੀ ਦੇ ਪ੍ਰੇਮ ਵਿੱਚ, ਤੇ ਜਿੰਨੇ ਪਾਠ ਸਾਧ ਸੰਗਤ ਪਹਿਲੀਆਂ ਵਰਸੀਆਂ ਤੇ ਹੁੰਦੇ ਉਨੇ ਹੀ ਪਾਠ ਐਦਕੀ ਹੋਏ। ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਿ ਸ੍ਰੀ ਅਕਾਲ। ਉਨੇ ਹੀ ਪਾਠ 11 ਵਜੇ ਸਮਾਪਤੀ ਦਾ ਸਮਾਂ ਰੱਖਿਆ ਸੀਗਾ। ਪੁਲਿਸ ਵਾਲਿਆਂ ਦੇ ਥਾਂ ਥਾਂ ਪਹਿਰੇ ਲੱਗੇ ਹੋਏ, ਨਹੀਂ ਤੇ 3-4 ਵੱਜ ਜਾਂਦੇ ਸਮਾਪਤੀ ਹੁੰਦੇ ਆ ਵੀ 11 ਵਜੇ ਸਾਰੀ ਸਮਾਪਤੀ ਕਰ ਦੇਣੀ ਹੈ, ਉਸ ਤੋਂ ਬਾਅਦ ਕੋਈ ਸਮਾਂ ਨਹੀਂ ਲਾਉਣਾ। ਪਰ ਜਿਹੜਾ ਸਮਾਪਤੀ ਦਾ ਸਮਾਂ ਸੀ ਉਦੋਂ ਸੰਗਤਾਂ ਨੇ ਪਰਵਾਹ ਹੀ ਨਹੀਂ ਕੀਤੀ ਕਿਸੇ ਗੱਲ ਦੀ। ਅਖੀਰ ਕੀ ਹੋਇਆ ਕਿ ਉਹ ਪੁਲਿਸ ਮੁਲਾਜ਼ਮ ਵੀ ਪਾਸੇ ਹੋ ਕੇ ਬਹਿ ਗਏ ਵੀ ਹੁਣ ਸਾਡੇ ਵੱਸ ਦੀ ਗੱਲ ਨਹੀਂ। ਇਕੱਠ ਅੱਗੇ ਨਾਲੋਂ ਵੀ ਦੁੱਗਣਾ ਹੋਇਆ। ਸਮਾਪਤੀ ਉਹੀ ਫਿਰ 2:30-3 ਵਜੇ ਕਰਨੀ ਪਈ। ਸੰਗਤਾਂ ਦਾ ਪ੍ਰੇਮ ਵੇਖ ਕੇ, ਸੰਗਤਾਂ ਦੀ ਸ਼ਰਧਾ ਵੇਖ ਕੇ। ਫਿਰ ਨਿੰਦਿਆ ਕਰਨ ਵਾਲਿਆਂ ਨੂੰ ਕੀ ਮਿਲਿਆ ਭਾਈ? ਪਾਠ ਵੀ ਦੁੱਗਣੇ ਹੋਏ ਤੇ ਸੰਗਤਾਂ ਵੀ ਦੁੱਗਣੀਆਂ ਆਈਆਂ। ਪ੍ਰਾਪਤੀ ਕੀ ਹੋਈ? ਸੋਭਾ ਖਤਮ ਕਰ ਹੀ ਨਹੀਂ ਸਕਦੇ, ਵਡਿਆਈ ਖਤਮ ਕਰ ਹੀ ਨਹੀਂ ਸਕਦੇ, ਜਿੰਨਾ ਮਰਜੀ ਜ਼ੋਰ ਲਾ ਲਓ। ਐਵੇਂ ਹੁਣ ਕਹਿੰਦੇ ਰਾਮ ਰਾਏ ਨੇ ਵੀ ਕਸਰ ਨਹੀਂ ਛੱਡੀ, ਮਸੰਦ ਪੈਦਾ ਕੀਤੇ ਆਪਣੇ ਨਾਲ ਰਲਾਏ ਵੀ ਨਿੰਦਿਆ ਕਰੋ ਰੱਜ ਕੇ, ਜਿੰਨੀ ਹੁੰਦੀ ਹੈ ਨਿੰਦਿਆ ਕਰੋ। ਉਹ ਨਿੰਦਿਆ ਕਰਦੇ ਆ ਤੇ ਇਹ ਔਰੰਗਜ਼ੇਬ ਕੋਲ ਪਹੁੰਚਿਆ ਹੋਇਆ ਵੀ ਮਹਾਰਾਜ ਤੁਸੀਂ ਮੈਨੂੰ ਨਿਆਂ ਦਿਵਾਓ, ਮੈਂ ਵੱਡਾ, ਮੇਰਾ ਹੱਕ ਬਣਦਾ। ਐਵੇਂ ਮੇਰੇ ਪਿਤਾ ਜੀ, ਮੇਰੇ ਛੋਟੇ ਭਰਾ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਤੇ ਬਿਠਾ ਕੇ ਹੱਕ ਮੇਰਾ ਬਣਦਾ। ਤੁਸੀਂ ਉਹਨਾਂ ਨੂੰ ਦਰਬਾਰ ਵਿੱਚ ਬੁਲਾਓ, ਉਹਨਾਂ ਕੋਲੇ ਤੇ ਕਰਾਮਾਤਾਂ ਸ਼ਕਤੀਆਂ ਮੇਰੇ ਨਾਲੋਂ ਵੀ ਜ਼ਿਆਦਾ। ਵੇਖੋ ਇਸ ਗੱਲ ਨੂੰ ਵੀ ਮੰਨਦਾ ਹੈ ਵੀ ਮੇਰੇ ਨਾਲੋਂ ਕਰਾਮਾਤਾਂ ਵੀ ਉਹਨਾਂ ਕੋਲ ਜ਼ਿਆਦਾ, ਮੇਰੇ ਨਾਲੋਂ ਸ਼ਕਤੀਆਂ ਵੀ ਉਹਨਾਂ ਕੋਲ ਜ਼ਿਆਦਾ। ਕਿਉਂ? ਇਹ ਬਖਸ਼ਿਸ਼ਾਂ ਵੀ ਤਾਂ ਹੀ ਆਉਣਗੀਆਂ ਜੇ ਭਗਤੀ ਜ਼ਿਆਦਾ ਹੋਏਗੀ, ਸ਼ਰਧਾ ਜ਼ਿਆਦਾ ਹੋਏਗੀ, ਪ੍ਰੇਮ ਜ਼ਿਆਦਾ ਹੋਏਗਾ। ਇਹ ਮਿਹਰ ਵੀ ਤੇ ਤਾਂ ਹੀ ਹੋਏਗੀ। ਇਹ ਵੀ ਗੱਲ ਨੂੰ ਮੰਨਦਾ ਵੀ ਮੇਰੇ ਨਾਲੋਂ ਜ਼ਿਆਦਾ, ਉਹ ਮੇਰੇ ਨਾਲੋਂ ਜ਼ਿਆਦਾ, ਉਹਨਾਂ ਕੋਲ ਬਖਸ਼ਿਸ਼ ਹੈ। ਤੁਸੀਂ ਬੁਲਾਓ ਉਹਨਾਂ ਨੂੰ। ਤੇ ਨਾਲ ਸਾਧ ਸੰਗਤ ਜੀ ਇਹ ਵੀ ਸੋਚਦਾ ਕਿ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਨੂੰ, ਨਹਿ ਮਲੇਸ਼ ਕੋ ਦਰਸ਼ਨ ਦੇ ਹੈ ਵੀ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦੇਣੇ। ਤੇ ਜੇ ਦਿੱਲੀ ਆ ਜਾਣਗੇ ਮੈਂ ਰੌਲਾ ਪਾ ਦੇਵਾਂਗਾ ਵੀ ਇਹਨਾਂ ਨੇ ਬਚਨ ਨਹੀਂ ਮੰਨਿਆ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਗੁਰਤਾ ਗੱਦੀ ਦੇ ਲਾਇਕ ਹੀ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਲਾਇਕ ਹੀ ਨਹੀਂ। ਔਰੰਗਜ਼ੇਬ ਨੇ ਰਾਜਾ ਜੈ ਸਿੰਘ ਨੂੰ ਭੇਜਿਆ ਵੀ ਜਾਓ ਤੁਸੀਂ ਜਾ ਕੇ ਉਹਨਾਂ ਨੂੰ ਸਾਡਾ ਸੁਨੇਹਾ ਦਿਓ ਵੀ ਤੁਹਾਡੇ ਤੇ ਬਲੇਮ ਲੱਗੇ ਨੇ, ਇਲਜ਼ਾਮ ਲੱਗੇ ਨੇ, ਤੁਸੀਂ ਆ ਕੇ ਪੇਸ਼ ਹੋ, ਆਪਣਾ ਪੱਖ ਰੱਖੋ। ਕਹਿੰਦੇ ਨੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਨੂੰ ਜਦੋਂ ਸੁਨੇਹਾ ਮਿਲਿਆ ਨਾ, ਸਾਫ਼ ਜਵਾਬ ਦੇ ਦਿੱਤਾ, ਕਹਿੰਦੇ ਅਸੀਂ ਨਹੀਂ ਜਾਣਾ। ਗੁਰੂ ਪਿਤਾ ਜੀ ਦਾ ਹੁਕਮ ਹੈ, ਅਸੀਂ ਨਾ ਉਹਦੇ ਦਰਸ਼ਨ ਕਰਨੇ ਆ ਤੇ ਨਾ ਉਹਨੂੰ ਦਰਸ਼ਨ ਦੇਣੇ ਆ। ਸਾਨੂੰ ਲੋੜ ਹੀ ਨਹੀਂ, ਅਸੀਂ ਕੀ ਲੈਣਾ, ਜਾਣਾ ਹੀ ਨਹੀਂ ਅਸੀਂ। ਇੱਕ ਵੇਖੋ ਉਮਰਾਂ ਬੜੀ ਛੋਟੀ ਤੇ ਦ੍ਰਿੜਤਾ ਬੜੀ ਵੱਡੀ, ਇੱਕ ਉਮਰਾਂ ਵਿੱਚ ਬੜੇ ਵੱਡੇ ਨੇ, ਪਰ ਉਹ ਜਾ ਕੇ ਖਲੋਤੇ ਨੇ ਸਾਧ ਸੰਗਤ ਜੀ ਇੱਕ ਦੁਨਿਆਵੀ ਰਾਜੇ ਦੇ ਕੋਲ ਝੋਲੀ ਅੱਲੀ ਵੀ ਤੁਸੀਂ ਕਿਰਪਾ ਕਰੋ, ਤੁਹਾਡੀ ਕਿਰਪਾ ਨਾਲ ਮੈਂ ਗੁਰਤਾ ਗੱਦੀ ਤੇ ਬੈਠ ਸਕਦਾ। ਇੱਕ ਤੇ ਧੁਰੋਂ ਕਿਰਪਾ ਹੋਈ ਹੈ, ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਢੀਠ। ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਵਸ, ਹਰ ਨਾਮੋ ਮੰਤਰ ਦ੍ਰਿੜਾਏਂਦਾ, ਕੱਟੇ ਹੂੰ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੋਂ ਪਾਇਆ ਸੰਜੋਗ। ਇੱਕ ਧੁਰ ਦਰਗਾਹ ਤੋਂ ਲੇਖ ਲਿਖੇ ਹੋਏ ਨੇ, ਬਖਸ਼ਿਸ਼ ਪਹਿਲਾਂ ਮਿਹਰ ਲਿਖੀ ਹੋਈ ਹੈ। ਇੱਕ ਦੁਨਿਆਵੀ ਬਾਦਸ਼ਾਹ ਕੋਲ ਝੋਲੀ ਅੱਡੀ ਖੜਾ ਹੈ, ਇੱਕ ਤੇ ਨਿਰੰਕਾਰ ਦੀ ਮਿਹਰ ਵਰਤ ਰਹੀ ਹੈ। ਤੇ ਜਦੋਂ ਔਰੰਗਜ਼ੇਬ ਨੂੰ ਸਾਧ ਸੰਗਤ ਇਸ ਗੱਲ ਦਾ ਪਤਾ ਲੱਗਿਆ ਨਾ ਵੀ ਜਵਾਬ ਦੇ ਦਿੱਤਾ
ਨਹੀਂ ਆਉਣਾ। ਕਹਿੰਦੇ ਔਰੰਗਜ਼ੇਬ ਵੀ ਦਰਸ਼ਨਾਂ ਨੂੰ ਕਾਹਲਾ ਪੈ ਗਿਆ। ਜੇ ਇੰਨੀ ਛੋਟੀ ਉਮਰਾਂ ਦੇ ਵਿੱਚ ਇੰਨੀ ਦ੍ਰਿੜਤਾ ਰੱਖਦੇ ਆ, ਐਡਾ ਹੌਸਲਾ ਰੱਖਦੇ ਆ, ਮੈਨੂੰ ਜਵਾਬ ਭੇਜ ਦਿੱਤਾ। ਕੋਈ ਨਾ ਕੋਈ ਤੇ ਗੱਲ ਜ਼ਰੂਰ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਐਵੇਂ ਨਹੀਂ ਗੁਰਤਾ ਗੱਦੀ ਤੇ ਬੈਠੇ, ਕੋਈ ਨਾ ਕੋਈ ਬਖਸ਼ਿਸ਼, ਕੋਈ ਨਾ ਕੋਈ ਮਿਹਰ ਤੇ ਜ਼ਰੂਰ ਹੈ। ਸਾਧ ਸੰਗਤ ਔਰੰਗਜ਼ੇਬ ਨੇ ਫਿਰ ਦੁਬਾਰਾ ਭੇਜਿਆ, ਰਾਜੇ ਜੈ ਸਿੰਘ ਤੁਸੀਂ ਜਿਵੇਂ ਮਰਜ਼ੀ ਉਹਨਾਂ ਨੂੰ ਲੈ ਕੇ ਆਓ, ਇੱਕ ਵਾਰੀ ਮੈਨੂੰ ਦਰਸ਼ਨ ਜ਼ਰੂਰ ਕਰਾ ਦੇ, ਮੈਂ ਦਰਸ਼ਨ ਕਰਨੇ ਆ। ਫਿਰ ਰਾਜਾ ਜੈ ਸਿੰਘ ਨੇ ਸੋਚਿਆ ਵੀ ਜੋ ਮੈਂ ਜਾ ਕੇ ਕਿਹਾ ਵੀ ਆਓ ਮਹਾਰਾਜ ਤੁਹਾਨੂੰ, ਤੇ ਮਹਾਰਾਜ ਨੇ ਆਉਣਾ ਨਹੀਂ। ਆਪਣੇ ਵੱਲੋਂ ਜਾ ਕੇ ਬੇਨਤੀ ਕੀਤੀ, ਮਹਾਰਾਜ ਮੇਰੇ ਮਹਿਲਾਂ ਵਿੱਚ ਚਰਨ ਪਾਓ, ਦਿੱਲੀ ਦੀ ਸੰਗਤ ਤੁਹਾਡੇ ਦਰਸ਼ਨਾਂ ਨੂੰ ਤਰਸਦੀ ਹੈ। ਕੁਝ ਕੁ ਸੰਗਤਾਂ ਗੁਰਸਿੱਖਾਂ ਨੂੰ ਨਾਲ ਲਿਆ, ਬੇਨਤੀ ਕੀਤੀ ਵੀ ਮਹਾਰਾਜ ਦਿੱਲੀ ਚਰਨ ਪਾਓ, ਦਿੱਲੀ ਦੀਆਂ ਸੰਗਤਾਂ ਵੀ ਤੁਹਾਡੇ ਦਰਸ਼ਨ ਕਰਨੇ ਚਾਹੁੰਦੀਆਂ। ਭਾਵੇਂ ਸਤਿਗੁਰੂ ਜੀ ਸਾਧ ਸੰਗਤ ਸਭ ਕੁਝ ਜਾਣਦੇ ਸਨ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਪਰ ਸੰਗਤਾਂ ਦਾ ਹੁਕਮ, ਸੰਗਤਾਂ ਦੀ ਬੇਨਤੀ ਮੋੜ ਨਹੀਂ ਸਕੇ, ਨਹੀਂ ਮੋੜ ਸਕਦਾ, ਕਿਉਂਕਿ ਗੁਰੂ ਘਰ ਦੇ ਵਿੱਚ, ਗੁਰੂ ਨਾਨਕ ਦੇ ਘਰ ਸੰਗਤਾਂ ਨੂੰ ਬੜਾ ਸਤਿਕਾਰ ਮਾਣ ਦਿੱਤਾ ਗਿਆ। ਵਿੱਚ ਸੰਗਤ ਹਰ ਪ੍ਰਭ, ਵਿੱਚ ਸੰਗਤ ਦੇ ਵਸਦਾ ਪਿਆਰਾ ਮੇਰਾ, ਪਿਆਰਾ ਮੇਰਾ, ਵਿੱਚ ਸੰਗਤ ਦੇ ਵਸਦਾ ਪਿਆਰਾ ਮੇਰਾ, ਪਿਆਰਾ ਮੇਰਾ, ਸੰਗਤ ਦੇ ਵਸਦਾ ਪਿਆਰਾ ਮੇਰਾ, ਪਿਆਰਾ ਮੇਰਾ, ਵਿੱਚ 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 ਸੰਗਤ ਦੇ ਵਸਦਾ ਪਿਆਰਾ ਮੇਰਾ, ਪਿਆਰਾ ਮੇਰਾ, ਸੰਗਤ ਦੇ ਵਸਦਾ ਪਿਆਰਾ ਮੇਰਾ, ਪਿਆਰਾ ਮੇਰਾ, ਇੱਕ ਸੰਗਤ ਦੇ ਵਸਦਾ ਪਿਆਰਾ ਮੇਰਾ, ਪਿਆਰਾ ਮੇਰਾ, ਇੱਕ ਸੰਗਤ ਦੇ ਵਸਦਾ ਪਿਆਰਾ ਮੇਰਾ, ਪਿਆਰਾ ਮੇਰਾ, ਇੱਕ ਸੰਗਤ ਦੇ ਵਸਦਾ ਪਿਆਰਾ ਮੇਰਾ, ਪਿਆਰਾ ਮੇਰਾ, ਵਿੱਚ ਸੰਗਤ ਦੇ ਵਸਦਾ ਜੀ, 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 ਵਿੱਚ ਸੰਗਤ ਦੇ, ਵਿੱਚ ਸੰਗਤ ਦੇ ਵਸਦਾ ਜੀ, ਦੇ ਵਸਦਾ ਜੀ, ਵਿੱਚ ਸੰਗਤ 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 ਦੇ ਵਸਦਾ ਪਿਆਰਾ ਮੇਰਾ, ਪਿਆਰਾ ਮੇਰਾ, ਵਿੱਚ ਸੰਗਤ ਦੇ ਵਸਦਾ ਪਿਆਰਾ ਮੇਰਾ, ਪਿਆਰਾ ਮੇਰਾ, ਸੰਗਤ ਦੇ ਵਸਦਾ ਪਿਆਰਾ ਮੇਰਾ, ਪਿਆਰਾ ਮੇਰਾ, ਵਿੱਚ 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 ਸੰਗਤ ਹਰ ਪ੍ਰਭ ਵਸੈ ਜੀ। ਮਹਾਰਾਜ ਕਹਿੰਦੇ ਉਂਝ ਭਾਵੇਂ ਅਸੀਂ ਜਵਾਬ ਦੇ ਦਿੰਦੇ, ਪਰ ਹੁਣ ਸੰਗਤਾਂ ਆਈਆਂ, ਗੁਰਸਿੱਖ ਆਏ ਨੇ, ਇਹਨਾਂ ਨੂੰ ਜਵਾਬ ਕਿਵੇਂ ਦੇ ਦੇ। ਚਲੋ ਚੱਲਦੇ ਆ, ਚਾਲੇ ਪਾ ਦੇ। ਕੁਝ ਕੁ ਸੰਗਤਾਂ ਨੂੰ, ਪ੍ਰੇਮੀਆਂ ਨੂੰ, ਗੁਰਸਿੱਖਾਂ ਨੂੰ ਨਾਲ ਲਿਆ। ਕੀਰਤਪੁਰ ਸਾਹਿਬ ਤੋਂ ਚੱਲਦੇ ਚੱਲਦੇ ਸੰਗਤਾਂ ਨੂੰ ਤਾਰਦੇ ਤਾਰਦੇ ਅੰਬਾਲੇ ਦੇ ਨੇੜੇ ਪੰਜੋਖਰੇ ਪਹੁੰਚੇ। ਇੱਥੇ ਗੁਰਦੁਆਰਾ ਪੰਜੋਖਰਾ ਸਾਹਿਬ ਆਪਾਂ ਦਰਸ਼ਨ ਕਰਦੇ। ਪੰਜੋਖਰੇ ਪਹੁੰਚੇ, ਮਹਾਰਾਜ ਕਹਿਣ ਲੱਗੇ ਵੀ ਇਹ ਜਗ੍ਹਾ ਬੜੀ ਸੁਹਾਵਣੀ ਹੈ, ਕੁਝ ਕੁ ਸਮਾਂ ਆਪਾਂ ਇੱਥੇ ਟਿਕਾਣਾ ਕਰੀਏ। ਸਤ ਬਚਨ ਜੀ
ਤੰਬੂ ਲਾ ਦਿੱਤੇ। ਸੰਗਤਾਂ ਨੇ ਟਿਕਾਣਾ ਕਰ ਲਿਆ। ਗੁਰੂ ਸਾਹਿਬ ਜੀ ਦਾ ਦਰਬਾਰ ਸਜ ਗਿਆ। ਜਿਵੇਂ ਜਿਵੇਂ ਇਲਾਕੇ ਦੀਆਂ ਸੰਗਤਾਂ ਨੂੰ ਪਤਾ ਲੱਗਿਆ ਵੀ ਮਹਾਰਾਜ ਆਏ ਨੇ, 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ, ਬਾਲਾ ਪ੍ਰੀਤਮ ਜੀ, ਉਹਨਾਂ ਨੇ ਆਪਣੇ ਮੁਬਾਰਕ ਚਰਨ ਇੱਥੇ ਪਾਏ ਨੇ। ਦਰਸ਼ਨ ਕਰਨ ਵਾਸਤੇ ਸੰਗਤਾਂ ਹੁਮ ਹੁਮਾ ਕੇ ਪਹੁੰਚਣ ਲੱਗੀਆਂ, ਰੌਣਕਾਂ ਲੱਗੀਆਂ ਜੀ। ਇੱਥੋਂ ਦਾ ਇੱਕ ਪੰਡਤ ਸੀ, ਬੜਾ ਵਿਦਵਾਨ ਸੀ, ਬੜਾ ਗਿਆਨੀ ਸੀ, ਜਿਹਦਾ ਨਾਂ ਇਤਿਹਾਸ ਵਿੱਚ ਕ੍ਰਿਸ਼ਨ ਚੰਦ ਆਉਂਦਾ। ਕਹਿੰਦੇ ਉਹ ਵੀ ਉੱਥੋਂ ਦੀ ਲੰਘਿਆ, ਜਦੋਂ ਵੇਖਿਆ ਵੀ ਤੰਬੂ ਲੱਗੇ ਹੋਏ ਆ, ਬੜੀ ਦੁਨੀਆ ਆ ਰਹੀ ਹੈ, ਪਹਿਲਾਂ ਮਨ ਵਿੱਚ ਸੋਚਦਾ ਹੋ ਸਕਦਾ ਕੋਈ ਰਾਜਾ ਉਹਨੇ ਇੱਥੇ ਉਤਾਰਾ ਕੀਤਾ। ਬਾਹਰ ਜਿਹੜੇ ਗੁਰਸਿੱਖ ਖਲੋਤੇ ਪੁੱਛਦਾ ਕੌਣ ਹੈ ਭਾਈ, ਦੂਰੋਂ ਦੂਰੋਂ ਲੋਕ ਆ ਰਹੇ ਆ, ਬੜਾ ਇਕੱਠ ਹੋ ਰਿਹਾ, ਕਿਸ ਨੇ ਇੱਥੇ ਉਤਾਰਾ ਕੀਤਾ, ਤੰਬੂ ਲੱਗੇ ਹੋਏ ਨੇ। ਕਹਿਣ ਲੱਗੇ ਇੱਥੇ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਉਹ ਪਹੁੰਚਿਆ, ਉਹਨਾਂ ਨੇ ਆਪਣੇ ਮੁਬਾਰਕ ਚਰਨ ਪਾਏ। 8ਵੇਂ ਗੁਰੂ ਨਾਨਕ ਕਹਿੰਦੇ ਹਰਕ੍ਰਿਸ਼ਨ ਕਿੰਨੀ ਕੁ ਉਮਰ ਹੈ? ਕਹਿੰਦੇ ਉਮਰਾਂ ਤੇ ਛੋਟੀ ਹੈ, ਅਜੇ ਪੂਰੇ 8 ਸਾਲ ਦੇ ਨਹੀਂ ਹੋਏ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਛੋਟੀ ਹੋਈ ਆ ਉਮਰ, ਉਮਰਾਂ ਵੀ ਇੰਨੀ ਛੋਟੀ ਤੇ ਨਾ ਇੰਨਾ ਵੱਡਾ ਰੱਖਿਆ। ਹਰਕ੍ਰਿਸ਼ਨ ਕਹਿੰਦੇ ਜਿਹੜੇ ਕ੍ਰਿਸ਼ਨ ਭਗਵਾਨ ਸੀ, ਉਹਨਾਂ ਨੇ ਤੇ ਗੀਤਾ ਦੇ, ਉਹਨਾਂ ਨੇ ਗੀਤਾ ਉਚਾਰੀ। ਜੇ ਇਹ ਹਰਕ੍ਰਿਸ਼ਨ ਨੇ ਤੇ ਗੀਤਾ ਦੇ ਅਰਥ ਹੀ ਕਰਕੇ ਸੁਣਾ ਦੇਣ। ਤੇ ਗੁਰਸਿੱਖ ਕਹਿਣ ਲੱਗੇ ਵੀ ਇਹ ਜਿਹੜੇ ਤੁਹਾਡੇ ਬਚਨ ਨੇ, ਇਹਨਾਂ ਦਾ ਜਵਾਬ ਅਸੀਂ ਨਹੀਂ ਦੇ ਸਕਦੇ, ਤੁਸੀਂ ਆਪ ਹੀ ਜਾ ਕੇ ਮਹਾਰਾਜ ਨਾਲ ਬਚਨ ਕਰ ਲਓ, ਆਪ ਹੀ ਗੱਲਬਾਤ ਕਰ ਲਓ। ਅੰਦਰ ਚਲੇ ਗਏ, ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ। ਸਤਿਗੁਰੂ ਸਾਹਮਣੇ ਤਖਤਾਂ ਤੇ ਸੁਭਾਏ ਮਾਨ ਨੇ। ਵਾਕਿਆ ਉਮਰਾਂ ਬੜੀ ਛੋਟੀ ਹੈ। ਇਹ ਸੋਚਦਾ ਵੀ ਇਹ ਤੇ ਬੱਚੇ ਨੇ, ਮੇਰੀ ਉਮਰ ਵੱਡੀ ਹੈ, ਮੈਂ ਬੜਾ ਗੁਣੀ ਗਿਆਨੀ ਹਾਂ, ਵਿਦਵਾਨ ਹਾਂ। ਇਹਨੇ ਚੰਗੀ ਤਰ੍ਹਾਂ ਨਮਸਕਾਰ ਵੀ ਨਹੀਂ ਕੀਤੀ। ਜਾ ਕੇ ਉਹੀ ਗੱਲ ਕਹਿਣ ਲੱਗਾ, ਜੀ ਤੁਸੀਂ ਹਰਕ੍ਰਿਸ਼ਨ ਆਪਣਾ ਨਾਂ ਰੱਖਿਆ ਹੋਇਆ, ਤੇ ਕ੍ਰਿਸ਼ਨ ਭਗਵਾਨ ਨੇ ਤੇ ਗੀਤਾ ਉਚਾਰੀ, ਤੁਸੀਂ ਗੀਤਾ ਦੇ ਅਰਥ ਹੀ ਕਰਕੇ ਸੁਣਾ ਦਿਓ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਕਹਿਣ ਲੱਗੇ, ਪੰਡਤ ਜੀ ਜੇ ਅਸੀਂ ਤੁਹਾਨੂੰ ਅਰਥ ਕਰਕੇ ਸੁਣਾ ਦਿੱਤੇ, ਤਸੱਲੀ ਤੁਹਾਡੀ ਫਿਰ ਵੀ ਨਹੀਂ ਹੋਣੀ। ਫਿਰ ਤੁਸੀਂ ਕਹਿਣਾ ਵੀ ਹੋ ਸਕਦਾ ਵੀ ਇਹਨਾਂ ਨੂੰ ਅਰਥ ਪੜ੍ਹਾ ਦਿੱਤੇ ਹੋਣ, ਇਹਨਾਂ ਨੇ ਵਿਦਿਆ ਪੜ੍ਹੀ ਹੋਵੇ, ਗੀਤਾ ਦੇ ਅਰਥ ਸਿੱਖੇ ਹੋਣ। ਤੁਸੀਂ ਨਗਰ ਦੇ ਵਿੱਚੋਂ ਜਿਹਨੂੰ ਮਰਜ਼ੀ ਫੜ ਕੇ ਲਿਆਓ, ਅਸੀਂ ਉਹ ਤੋਂ ਗੀਤਾ ਦੇ ਅਰਥ ਕਰਾ ਦਿੰਦੇ ਹਾਂ। ਜਿਹਨੂੰ ਮਰਜ਼ੀ ਫੜ ਕੇ ਲਿਆਓ। ਕਹਿੰਦੇ ਇਹ ਪੰਡਤ ਨਗਰ ਵਿੱਚ ਆਇਆ ਤੇ ਸਾਧ ਸੰਗਤ, ਛੱਜੂ ਨਾਂ ਹੁੰਦਾ ਜਿਹੜਾ ਚੀਵਰਾਂ ਦਾ ਲੜਕਾ ਸੀ, ਉਹ ਬੋਲ ਨਹੀਂ ਸੀ ਸਕਦਾ ਤੇ ਸੁਣ ਨਹੀਂ ਸੀ ਸਕਦਾ। ਨਹੀਂ ਆਮ ਕਰਕੇ ਜਿਹੜਾ ਬੋਲਦਾ ਹੋਵੇ ਉਹਨੂੰ ਸੁਣਦਾ ਜ਼ਰੂਰ ਹੁੰਦਾ ਹੈ, ਜਿਹੜਾ ਬੋਲ ਨਹੀਂ ਸਕਦਾ ਉਹਨੂੰ ਸੁਣਦਾ ਹੁੰਦਾ ਹੈ। ਤੇ ਕਈ ਵਾਰ ਜਿਹਨੂੰ ਸੁਣਦਾ ਨਹੀਂ ਉਹ ਬੋਲਦਾ ਹੁੰਦਾ ਹੈ, ਪਰ ਇਹਨੂੰ ਨਾ ਸੁਣਦਾ ਨਾ ਬੋਲ ਸਕਦਾ। ਇਹਨੂੰ ਫੜ ਕੇ ਲੈ ਗਿਆ, ਕਹਿੰਦਾ ਜੀ ਲਓ ਮੈਂ ਲੈ ਆਇਆ, ਇਹਦੇ ਤੋਂ ਗੀਤਾ ਦੇ ਅਰਥ ਕਰਾ ਦੇ, ਇਹਦੇ ਤੋਂ ਗੀਤਾ ਦੇ ਅਰਥ ਕਰਾ ਦੇ। ਸਾਧ ਸੰਗਤ ਵੇਖ ਲਓ, ਗੁਰੂ ਸਾਹਿਬ ਜੀ ਦੀ ਪਰਖ ਕਰਨ ਲੱਗਾ ਹੈ। ਜਿਹੜਾ ਝੂਠਾ ਹੋਵੇ ਸੱਚੇ ਦੀ ਕਦੇ ਪਰਖ ਨਹੀਂ ਕਰ ਸਕਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਸਾਹਿਬ ਜੀ ਦੀ ਪਰਖ ਕੌਣ ਕਰ ਲਏਗਾ?
ਮਹਾਰਾਜ ਮੈਂ ਲੈ ਆਇਆ, ਇਹਦੇ ਤੋਂ ਗੀਤਾ ਦੇ ਅਰਥ ਕਰਾ ਦੇ। ਕਹਿੰਦੇ ਮਹਾਰਾਜ ਦੇ ਹੱਥ ਵਿੱਚ ਸੱਟੀ ਸੀ। ਜਦੋਂ ਮਹਾਰਾਜ ਨੇ ਉਹ ਛੱਜੂ ਝੀਵਰ ਦੇ ਸਿਰ ਤੇ ਰੱਖੀ ਨਾ, ਤੇ ਕਹਿੰਦੇ ਛੱਜੂ ਝੀਵਰ ਬੋਲ ਪਿਆ। ਕਹਿਣ ਲੱਗਾ ਪੰਡਤ ਜੀ ਸ਼ਲੋਕ ਪੜੋ, ਮੈਂ ਅਰਥ ਕਰਦਾ। ਕਹਿੰਦੇ ਉਹ ਹੈਰਾਨ ਹੋ ਗਿਆ ਵੀ ਇਹ ਤੇ ਬੋਲ ਨਹੀਂ ਸੀ ਸਕਦਾ, ਬੋਲਣ ਕਿਵੇਂ ਲੱਗ ਗਿਆ? ਜਦੋਂ ਕਹਿੰਦੇ ਉਹਨੇ ਸ਼ਲੋਕ ਪੜਿਆ, ਉਹ ਕਹਿੰਦਾ ਪੰਡਤ ਜੀ ਅਰਥ ਤੇ ਮੈਂ ਬਾਅਦ ਵਿੱਚ ਕਰਾਂਗਾ, ਪਹਿਲਾਂ ਸ਼ਲੋਕ ਪੜੋ ਤੇ ਸਹੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੁਸੀਂ ਸਹੀ ਨਹੀਂ ਪੜ੍ਹਦੇ, ਤੁਹਾਡੀ ਤੁਸੀਂ ਉਚਾਰਦੇ ਹੀ ਨਹੀਂ ਸਹੀ, ਉਚਾਰਨ ਹੀ ਤੁਹਾਡਾ ਗਲਤ ਹੈ। ਜਦੋਂ ਸ਼ਲੋਕ ਪੜ੍ਹੇ, ਉਹ ਪੜ੍ਹਨ ਦੇ ਵਿੱਚ ਹੀ ਗਲਤੀਆਂ ਕੱਢਦੇ ਨੇ। ਇੱਕ ਇੱਕ ਸ਼ਲੋਕ ਦੇ 11 11 15 15 ਅਰਥ ਕਰ ਦਿੰਦੇ। ਉਹ ਜਿੰਨਾ ਡੂੰਘਾ, ਜਿੰਨਾ ਮਹਿੰਗਾ ਸ਼ਲੋਕ ਪੜ੍ਹੇ, ਕਹਿੰਦੇ ਛੱਜੂ ਝੀਵਰ ਉਹਨੇ ਹੀ ਉਹਦੇ ਗਹਿਰੇ ਅਰਥ ਕਰਨੇ। ਤੇ ਜਿਹੜੇ ਅਰਥ ਕਹਿੰਦੇ ਛੱਜੂ ਝੀਵਰ ਨੇ ਸਤਿਗੁਰੂ ਜੀ ਦੀ ਕਿਰਪਾ ਨਾਲ ਕਰਕੇ ਦਿਖਾ ਦਿੱਤੇ, ਇਹ ਅਰਥ ਕਦੇ ਕਹਿੰਦੇ ਉਹਨੇ ਪੜ੍ਹੇ ਨਹੀਂ ਸੀ, ਕਦੇ ਸੁਣੇ ਨਹੀਂ ਸੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਦੇ ਪੜ੍ਹੇ ਨਹੀਂ ਸੀ। ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੀ ਐਸੀ ਹੈ, ਦਰ ਹੀ ਐਸਾ ਹੈ। ਇੱਥੇ ਗੁੰਗੀਆਂ ਜ਼ੁਬਾਨਾਂ ਬੋਲ ਪੈਂਦੀਆਂ, ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਗੀਤਾ। ਪਿੰਗਲੇ ਪਹਾੜ ਚੜ ਜਾਂਦੇ, ਜਲ ਤੇ ਥਲ ਕਰ ਥਲ ਤੇ ਕੂਆ ਕੂਕ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਕਰਾਵੇ, ਆਕਾਸ਼ ਕਰਾਵੇ। ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ। ਖਲ ਮੂਰਤ ਤੇ ਪੰਡਤ ਕਰਵੋ, ਪੰਡਤ ਤੇ ਮੁਗਧਾਰੀ। ਜਿਹੜਾ ਮੂਰਖ ਹੈ, ਸਤਿਗੁਰੂ ਜੀ ਦੀ ਕਿਰਪਾ ਹੋ ਜਾਏ, ਉਹ ਬਹੁਤ ਗੁਣੀ ਗਿਆਨੀ ਵਿਦਵਾਨ ਬਣ ਜਾਂਦਾ ਹੈ। ਜੇ ਕਰੋਪੀ ਹੋ ਜਾਏ, ਬਹੁਤਾ ਹੀ ਸਿਆਣਾ, ਬਹੁਤਾ ਹੀ ਵਿਦਵਾਨ, ਕਹਿੰਦੇ ਉਹ ਮੂਰਖਾਂ ਤੋਂ ਵੀ ਮੂਰਖ ਬਣ ਜਾਂਦਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁੰਗੀਆਂ ਜ਼ਬਾਨਾਂ ਬੋਲ ਪੈਂਦੀਆਂ, ਬੋਲ ਪੈਂਦੀਆਂ। ਜੇ ਕਿਰਪਾ ਹੋ ਜਾਏ ਤੇਰੀ ਦਾਤ, ਗੁੰਗੀਆਂ ਜ਼ਬਾਨਾਂ ਬੋਲ ਪੈਂਦੀਆਂ। ਕਿਰਪਾ ਹੋ ਜਾਏ ਤੇਰੀ ਦਾਤ, ਕਿਰਪਾ ਹੋ ਜੇ ਤੇਰੀ ਨਾਲ ਇਹ ਤੇਰੀਆਂ ਜਵਾਨਾਂ ਬੋਲ ਪੈਂਦੀਆਂ। ਕਿਰਪਾ ਹੋ ਜੇ ਤੇਰੀ ਮਾਲਕਾ, ਜਿੱਥੇ ਗੁੰਗੀਆਂ ਜਵਾਨਾਂ ਬੋਲ ਪੈਂਦੀਆਂ ਨੇ। ਕਿਰਪਾ ਹੋ ਜੇ ਤੇਰੀ ਮਾਲਕਾ, ਗੁੰਗੀਆਂ ਜਵਾਨਾਂ ਬੋਲ ਪੈਂਦੀਆਂ ਨੇ। ਕਿਰਪਾ ਇੱਥੇ ਗੁੰਗੀਆਂ ਜ਼ਬਾਨਾਂ ਬੋਲ ਪੈਂਦੀਆਂ, ਜ਼ਬਾਨਾਂ ਬੋਲ ਪੈਂਦੀਆਂ। ਕਿਰਪਾ ਹੋ ਜਾਏ ਤੇਰੀ ਮਾਲਕਾ, ਇੱਥੇ ਗੁੰਗੀਆਂ ਜ਼ਬਾਨਾਂ ਬੋਲ ਪੈਂਦੀਆਂ। ਕਿਰਪਾ ਹੋ ਜਾਏ ਤੇਰੀ ਮਾਲਕਾ, ਕਿਰਪਾ ਹੋ ਜੇ ਤੇਰੀ ਮਾਲਕਾ। ਗੁੰਗੀਆਂ ਜਵਾਨਾਂ ਬੋਲ ਪੈਂਦੀਆਂ। ਕਿਰਪਾ ਹੋ ਜੇ ਤੇਰੀ ਮਾਲਕਾ, ਇੱਥੇ ਗੁੰਗੀਆਂ ਜਵਾਨਾਂ ਬੋਲ ਪੈਂਦੀਆਂ ਨੇ। ਕਿਰਪਾ ਹੋ ਜੇ ਤੇਰੀ ਮਾਲਕਾ, ਗੁੰਗੀਆਂ ਜਵਾਨਾਂ ਬੋਲ ਪੈਂਦੀਆਂ ਨੇ। ਕਿਰਪਾ ਹੋ ਜੇ ਤੇਰੀ ਮਾਲਕਾ। ਉਹ ਬੋਲ ਸੁਣੇ ਜੀ ਬੋਲਿਆ ਨੂੰ, ਬੋਲ ਸੁਣੇ ਜੀ ਮਾਂ ਬੋਲਿਆ ਨੂੰ। ਬੋਲ ਸੁਣੇ ਜੀ ਬੋਲਿਆ ਨੂੰ,
ਤੇ ਮੁਖਤਾਰੀ। ਸਤਿਗੁਰੂ ਜੀ ਦੀ ਕਿਰਪਾ ਹੋ ਜਾਏ ਤੇ ਮੂਰਖਾਂ ਤੋਂ ਗਿਆਨੀ ਬਣ ਜਾਂਦੇ ਨੇ, ਤੇ ਜੇ ਸਾਧ ਸੰਗਤ ਕਰੋਪੀ ਹੋ ਜਾਏ, ਨਦਰ ਪੱਠੀ ਜੇ ਕਰੇ ਸੁਲਤਾਨਾ ਕਾਹੋ ਰਾਏਂਦਾ, ਫਿਰ ਦਰ ਮੰਗਨ ਭਿਖ ਨਾ ਪਾਏ। ਸਾਧ ਸੰਗਤ ਜਦੋਂ ਐਨ ਗਹਿਰੇ ਅਰਥ ਸੁਣੇ ਨਾ ਪੰਡਤ ਨੇ, ਫਿਰ ਚਰਨਾਂ ਤੇ ਢਹਿ ਪਿਆ, ਮਹਾਰਾਜ ਮੇਰੇ ਤੋਂ ਭੁੱਲ ਹੋ ਗਈ, ਮੇਰੇ ਤੋਂ ਗਲਤੀ ਹੋ ਗਈ, ਮੈਂ ਸ਼ੰਕਾ ਕਰ ਬੈਠਾ ਆਪਣੀ ਹੋਮੇ ਦੇ ਵਿੱਚ, ਹੰਕਾਰ ਦੇ ਵਿੱਚ। ਤੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕਹਿਣ ਲੱਗੇ, ਪੰਡਤ ਜੀ ਪੜਿਆ ਮੂਰਖ ਆਖੀਆ, ਜੇ ਲੱਭ ਲੋਭ ਹੰਕਾਰ। ਕਹਿੰਦੇ ਜੇ ਆਪਣੀ ਪੜ੍ਹਾਈ ਦਾ, ਆਪਣੀ ਵਿਦਵਤਾ ਦਾ ਮਾਣ ਹੋ ਜਾਏ ਨਾ, ਹੰਕਾਰ ਹੋ ਜਾਏ, ਤੇ ਉਹਦੇ ਨਾਲੋਂ ਵੱਡਾ ਵੀ ਮੂਰਖ ਕੋਈ ਨਹੀਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹਦੇ ਨਾਲੋਂ ਵੱਡਾ ਮੂਰਖ ਕੋਈ ਨਹੀਂ। ਤਾਂ ਹੀ ਬਾਣੀ ਕਹਿੰਦੀ, ਗੁਰ ਕੀ ਮੱਤ ਤੂੰ ਲੈ ਆਣੇ। ਗੁਰੂ ਦੀ ਮੱਤ ਲੈ। ਗੁਰੂ ਦੀ ਮੱਤ ਕਹਿੰਦੀ ਤੂੰ ਨਿਮਰਤਾ ਵਿੱਚ ਰਹਿ। ਬਾਬਾ ਆਨੰਦ ਸਿੰਘ ਮਹਾਰਾਜ ਜੀ ਨੇ ਕਹਿਣਾ, ਤੂੰ ਕੋਠੀਆਂ ਪਾ ਕੇ ਵੱਡਾ ਹੋ ਜੀ, ਕੋਈ ਗੱਲ ਨਹੀਂ, ਤੂੰ ਕੋਈ ਅਹੁਦਾ ਪ੍ਰਾਪਤ ਕਰਕੇ ਵੱਡਾ ਹੋ ਜਾਈਂ, ਕੋਈ ਗੱਲ ਨਹੀਂ, ਪਰ ਕਦੇ ਵੀ ਗੁਰੂ ਘਰ ਸੰਗਤ ਤੋਂ ਵੱਡਾ ਹੋ ਕੇ ਨਾ ਆਈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇੱਥੇ ਹਉ ਤਿਸ ਘੋਲ ਘੁਮਾਇਆ, ਗੁਰਮਤਿ ਹਿਰਦੈ ਗਰੀਬੀ। ਇੱਥੇ ਸਿਆਣਾ ਬਾਹਲਾ ਬਣ ਕੇ ਨਾ ਆਈ। ਇੱਥੇ ਤੇ ਮਹਾਰਾਜ ਸਾਨੂੰ ਕਮਲਿਆਂ ਰਮਲਿਆਂ ਨੂੰ ਸੁਮਤ ਬਖਸ਼ ਦੇ, ਮਤ ਬਖਸ਼ ਦੇ। ਕਿਰਪਾ ਕਰੋ, ਮਿਹਰ ਕਰੋ, ਗਰੀਬ ਨਵਾਜ, ਆਪਣੀ ਮਤ ਦੇ ਦੇ, ਗੁਰਮਤ ਦੇ ਧਾਰਨੀ ਬਣਾ ਦੇ। ਇਹ ਮੰਗ ਮੰਗੋ, ਗੁਰ ਕੀ ਮਤ ਤੂੰ ਲੈ ਆਣੇ। ਕਹਿੰਦੇ ਇਆਣਿਆਂ ਮਨਾ ਗੁਰੂ ਦੀ ਮਤ ਲੈ। ਭਗਤ ਬਿਨਾ ਬੋ ਡੂਬੇ ਸਿਆਣੇ। ਕਹਿੰਦੇ ਬਿਨਾ ਭਗਤੀ ਤੋਂ ਇੱਥੇ ਵੱਡੇ ਵੱਡੇ ਸਿਆਣੇ ਡੁੱਬ ਗਏ, ਵੱਡੇ ਵੱਡੇ ਸਿਆਣੇ। ਉਹਦੇ ਨਾਲੋਂ ਮੂਰਖ ਕੋਈ ਨਹੀਂ ਜਿਹੜਾ ਆਪਣੀ ਵਿਦਵਤਾ ਦਾ ਮਾਣ ਕਰਦਾ, ਹੰਕਾਰ ਕਰਦਾ। ਤੇ ਮਹਾਰਾਜ ਕਹਿੰਦੇ, ਜੇ ਭਾਈ ਤੈਨੂੰ ਇਹ ਵਿਦਵਤਾ ਬਖਸ਼ਿਸ਼ ਹੋਈ ਹੈ, ਮਿਹਰ ਹੋਈ ਹੈ, ਸੰਸਾਰ ਦੇ ਭਲੇ ਵਾਸਤੇ ਲਾ, ਸੰਗਤਾਂ ਨੂੰ ਜੋੜ, ਸੰਗਤਾਂ ਦਾ ਭਲਾ ਕਰ। ਇਹ ਕਿਹੜੇ ਚੱਕਰਾਂ ਵਿੱਚ ਪਿਆ ਹੋਇਆ? ਮਹਾਰਾਜ ਮੈਨੂੰ ਬਖਸ਼ ਲਿਖਿਆ ਕਦੇ ਨਾ ਛੁੱਟੀ ਹੈ, ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗੁਣ ਹਮਾਰੇ, ਦਇਆ ਕਰੋ ਕਸ਼ਮੀਰ ਪਾਵੋ ਡੁੱਬਦੇ ਪੱਥਰ ਤਾਰੇ। ਪੱਥਰ ਤਾਰੇ। ਮਹਾਰਾਜ ਆਪਣਾ ਬਣਾ ਲਓ। ਕਹਿੰਦੇ ਨੇ ਉਹ ਪੰਡਤ ਵੀ ਫਿਰ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਗਿਆ, ਸੱਚ ਨਾਲ ਜੁੜ ਗਿਆ। ਭਲੇ ਲਈ ਫਿਰ ਉਹਨੇ ਸਾਧ ਸੰਗਤ ਪ੍ਰਚਾਰ ਪ੍ਰਸਾਰ ਕਰਨਾ ਸ਼ੁਰੂ ਕਰ ਦਿੱਤਾ। ਛੱਜੂ ਜੀ ਵਰਤੇ ਤੇ ਫਿਰ ਕਿਰਪਾ ਮਹਾਰਾਜ ਦੀ ਹੋ ਹੀ ਗਈ, ਉਹ ਤੇ ਰੰਗਿਆ ਹੀ ਗਿਆ। ਉਹਨੇ ਵੀ ਫਿਰ ਪ੍ਰਚਾਰ ਪ੍ਰਸਾਰ ਲਈ ਦਿਨ ਰਾਤ ਇੱਕ ਕਰ ਦਿੱਤਾ। ਐਸੀ ਕਿਰਪਾ ਹੋਈ, ਮਿਹਰ ਹੋਈ। ਇਤਿਹਾਸ ਵਿੱਚ ਲਿਖਿਆ, ਕਹਿੰਦੇ ਸਾਧ ਸੰਗਤ ਜਿਹੜੇ ਪੰਜਾਂ ਪਿਆਰਿਆਂ ਦੇ ਵਿੱਚੋਂ ਭਾਈ ਹਿੰਮਤ ਸਿੰਘ ਸੀ ਨਾ, ਇਹ ਛੱਜੂ ਝੀਵਰ ਦੇ ਪੋਤਰੇ ਸਨ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਦੇਖੋ ਫਿਰ ਕਿਰਪਾ ਕਿੱਥੇ ਹੋਈ ਜਾ ਕੇ, ਮੇਰਾ ਕਿੱਥੇ ਤੱਕ, ਬਖਸ਼ਿਸ਼ਾਂ ਕਿੱਥੇ ਤੱਕ ਚੱਲੀਆਂ। ਛੱਜੂ ਝੀਵਰ ਦੇ ਪੋਤਰੇ ਹੋਏ ਭਾਈ ਹਿੰਮਤ ਸਿੰਘ ਜੀ। ਸ੍ਰੀ ਹਰਿਕ੍ਰਿਸ਼ਨ ਧਿਆਈਏ ਜਿਤ ਡਿਠੇ, ਸਭ ਦੁੱਖ ਜਾਏ, ਸਭ ਦੁੱਖ ਜਾਏ। ਕਰਮਾਂ ਵਾਲਿਆਂ, ਭਾਗਾਂ ਵਾਲਿਆਂ, ਉਹਨਾਂ ਦੀ ਯਾਦ ਵਿੱਚ ਜੁੜ ਬੈਠੇ। ਯਾਦ ਵਿੱਚ ਜੁੜਨਾ, ਉਹਨਾਂ ਨੂੰ ਯਾਦ ਕਰਨਾ, ਸਿਮਰਨ ਕਰਨਾ, ਸਿਮਰਨ ਕਰਨਾ। ਤੇ ਜਿਹੜੇ ਭਾਈ ਉਹਨਾਂ ਨੂੰ ਯਾਦ ਕਰਨਗੇ, ਉਹਨਾਂ ਦੀ ਯਾਦ ਵਿੱਚ ਬਾਣੀ ਪੜਨਗੇ, ਸੰਗਤ ਕਰਨਗੇ, ਕੀਰਤਨ ਕਰਨਗੇ, ਜਿਤ ਡਿਠੇ ਸਭ ਦੁੱਖ ਜਾਏ। ਜਨਮਾਂ ਜਨਮਾਂਤਰਾਂ ਦੇ ਦੁੱਖ ਕੱਟੇ ਜਾਣਗੇ। ਅਰਦਾਸ ਕਰੋ, ਸੱਚੇ ਪਾਤਸ਼ਾਹ ਹੋ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸਰਣਾਏ ਜੀ। ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀ। ਉਹ ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ।
ਮਹਾਰਾਜ ਤੁਸੀਂ ਬਖਸ਼ਣ ਹਾਰੇ ਹੋ, ਗੁਰ ਤਾਰ ਤਾਰਨ ਹਾਰਿਆ, ਦੇ ਭਗਤ ਪੂਰਨ ਅਵਨਾਸੀ ਹੋਂ ਤੁਝ ਕੋ ਭਲੇ ਹਾਰਿਆ। ਭਲੇ ਹਾਰਿਆ। ਸਮਾਂ ਹੋ ਚੱਲਿਆ, ਅੱਗੇ ਸਤਿਗੁਰੂ ਜੀ ਕਿਵੇਂ ਦਿੱਲੀ ਪਹੁੰਚੇ, ਦਿੱਲੀ ਜਾ ਕੇ ਕਿਵੇਂ ਸੰਗਤਾਂ ਨੂੰ ਤਾਰਿਆ। ਫਿਰ ਕਿਤੇ ਸਮਾਂ ਮਿਲਿਆ ਆਪ ਜੀ ਦੇ ਨਾਲ ਅੱਗੇ ਵਿਚਾਰ ਸਾਂਝੀ ਕਰਾਂਗੇ। ਹੁਣ ਅੱਗੇ ਇਤਿਹਾਸ ਤੋਰਿਆ ਤੇ ਫਿਰ ਸਮਾਂ ਸਮਾਪਤੀ ਦਾ ਉੱਪਰ ਚੱਲਿਆ ਜਾਣਾ, ਸਮਾਂ ਜ਼ਿਆਦਾ ਲੱਗ ਜਾਣਾ। ਸੋ ਆਓ ਮਹਾਰਾਜ ਜੀਆਂ ਦੇ ਚਰਨਾਂ 'ਚ ਸਤਿਗੁਰੂ ਜੀ ਦੀ ਸੋਭਾ ਤੇ ਵਡਿਆਈ ਕਰਦੇ ਹੋਏ ਆਪਾਂ ਸਮਾਪਤੀ ਬੱਲੀ ਨੂੰ ਜਾਈਏ। ਗਰੀਬ ਨਵਾਜ ਕਿਰਪਾ ਕਰਨ ਸਭ ਦੀ ਹਾਜ਼ਰੀ ਲਾਉਣ। ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ। ਮੇਰਾ ਸਤਿਗੁਰੂ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਆਪ ਗਣਿਆ। ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ। ਗਾਵ ਤੇ ਉਧਰੇ ਸੁਣਤੇ ਉਧਰੇ ਬਿਨਸੇ ਪਾਪ ਕਨੇਰੇ। ਵਸੂ ਪ੍ਰੇਤ ਯੁਗਲ ਕੋ ਤਾਰੇ, ਵਾਹਨ ਪਾਰ ਉਤਾਰੇ। ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ। ਉਮਰਾਂ ਭਾਵੇਂ ਛੋਟੀ ਸੀ ਸਤਿਗੁਰੂ ਜੀ ਦੀ, ਸਮਾਂ ਵੀ ਉਹਨਾਂ ਕੋਲ ਭਾਵੇਂ ਥੋੜਾ ਸੀ, ਪਰ ਥੋੜੇ ਸਮੇਂ ਦੇ ਵਿੱਚ ਛੋਟੀ ਜੀ ਉਮਰਾਂ ਦੇ ਵਿੱਚ ਬਾਲਾ ਪ੍ਰੀਤਮ ਜੀਆਂ ਨੇ ਕਿੰਨਿਆਂ ਨੂੰ ਤਾਰਿਆ, ਕਿੰਨਿਆਂ ਦਾ ਭਲਾ ਕੀਤਾ, ਕਿੰਨਿਆਂ ਤੇ ਬਖਸ਼ਿਸ਼ਾਂ ਕੀਤੀਆਂ। ਤਾਰੇ ਗਿਨੇ ਜਾਤ ਹੈ ਨਾ ਤਾਰੇ ਗਿਨੇ ਜਾਤ। ਗਿਣੇ ਜਾਣਗੇ ਅੰਬਰਾਂ ਦੇ ਤਾਰੇ, ਅੰਬਰਾਂ ਦੇ ਤਾਰੇ ਵੀ ਗਿਣੇ ਜਾ ਸਕਦੇ ਆ। ਗਿਣੇ ਨਹੀਂ ਜਾਣੇ ਤਾਰੇ ਗੁਰਾਂ, ਗਿਣੇ ਜਾਣਗੇ ਅੰਬਰਾਂ ਦੇ ਤਾਰੇ। ਗਿਣੇ ਨਹੀਂ ਜਾਣੇ ਤਾਰੇ ਗੁਰਾਂ ਦੇ, ਜਾਣਗੇ ਅੰਬਰਾਂ ਦੇ ਤਾਰੇ। ਗਿਣੇ ਨਹੀਂ ਜਾਣੇ ਤਾਰੇ ਗੁਰਾਂ ਦੇ, ਉਹ ਗਿਣੇ ਜਾਣਗੇ ਅੰਬਰਾਂ ਦੇ ਤਾਰੇ। ਗਿਣੇ ਨਹੀਂ ਜਾਣੇ ਤਾਰੇ ਗੁਰਾਂ ਨੇ, ਗਿਣੇ ਜਾਣਗੇ ਅੰਬਰਾਂ ਦੇ ਤਾਰੇ। ਗਿਣੇ ਜਾਣੇ ਨਹੀਂ ਤਾਰੇ ਗੁਰਾਂ ਦੇ, ਗਿਣੇ ਜਾਣਗੇ ਅੰਬਰਾਂ ਦੇ ਤਾਰੇ। ਗਿਣੇ ਨਹੀਂ ਜਾਣੇ ਤਾਰੇ ਗੁਰਾਂ ਦੇ, ਉਹ ਗਿਣੇ ਜਾਣਗੇ ਅੰਬਰਾਂ ਦੇ ਤਾਰੇ। ਅੰਬਰਾਂ ਦੇ ਤਾਰੇ, ਅੰਬਰਾਂ ਦੇ ਤਾਰੇ। ਗਿਣੇ ਨਹੀਂ ਜਾਣੇ ਤਾਰੇ ਗੁਰਾਂ ਦੇ, ਉਹ ਗਿਣੇ ਜਾਣਗੇ ਅੰਬਰਾਂ ਦੇ ਤਾਰੇ। ਗਿਣੇ ਨਹੀਂ ਜਾਣੇ ਤਾਰੇ ਗੁਰਾਂ ਦੇ। ਜਾਣਗੇ ਅੰਬਰਾਂ ਦੇ ਤਾਰੇ। ਗਿਣੇ ਨਹੀਂ ਜਾਣੇ ਤਾਰੇ ਗੁਰਾਂ ਦੇ, ਉਹ ਗਿਣੇ ਜਾਣਗੇ ਅੰਬਰਾਂ ਦੇ ਤਾਰੇ। ਗਿਣੇ ਨਹੀਂ ਜਾਣੇ ਤਾਰੇ ਗੁਰਾਂ ਨੇ, ਗਿਣੇ ਜਾਣਗੇ ਅੰਬਰਾਂ ਦੇ ਤਾਰੇ। ਗਿਣੇ ਨਹੀਂ ਜਾਣੇ ਤਾਰੇ ਗੁਰਾਂ ਦੇ, ਗਿਣੇ ਜਾਣਗੇ ਅੰਬਰਾਂ ਦੇ ਤਾਰੇ। ਗਿਣੇ ਨਹੀਂ ਜਾਣੇ ਤਾਰੇ ਗੁਰਾਂ ਦੇ। ਵਾਹ ਵਾਹ ਵਾਹ, ਗਿਣੇ ਨਹੀਂ ਜਾਣੇ ਤਾਰੇ ਗੁਰਾਂ। ਵਾਹ ਵਾਹ ਵਾਹ, ਗਿਣੇ ਨਹੀਂ ਜਾਣੇ ਤਾਰੇ ਗੁਰਾਂ ਦੇ। ਗਿਣੇ ਨਹੀਂ ਜਾਣੇ ਤਾਰੇ ਗੁਰਾਂ ਨੇ, ਵਾਹ ਵਾਹ ਵਾਹ। ਗਿਣੇ ਨਹੀਂ ਜਾਣੇ ਤਾਰੇ ਗੁਰਾਂ ਨੇ, ਵਾਹ ਵਾਹ ਵਾਹ। ਗਿਣੇ ਨਹੀਂ ਜਾਣੇ ਤਾਰੇ ਗੁਰਾਂ ਦੇ, ਵਾਹ ਵਾਹ ਵਾਹ। ਗਿਣੇ ਨਹੀਂ ਜਾਣੇ ਤਾਰੇ ਗੁਰਾਂ ਦੇ, ਉਹ ਗਿਣੇ ਜਾਣਗੇ ਅੰਬਰਾਂ ਦੇ ਤਾਰੇ। ਤਾਰੇ ਗੁਰਾਂ ਦੇ, ਉਹ ਗਿਣੇ ਜਾਣਗੇ ਅੰਬਰਾਂ ਦੇ ਤਾਰੇ। ਗਿਣੇ ਜਾਣੇ ਤਾਰੇ ਗੁਰਾਂ ਦੇ, ਜਾਣਗੇ ਅੰਬਰਾਂ ਦੇ ਤਾਰੇ। ਗਿਣੇ ਜਾਣੇ ਤਾਰੇ ਗੁਰਾਂ ਦੇ, ਜਾਣਗੇ ਅੰਬਰਾਂ ਦੇ
ਤਾਰੇ ਗੁਰਾਂ ਦੇ ਗਿਣੇ ਜਾਣਗੇ ਅੰਬਰਾਂ ਦੇ ਤਾਰੇ ਗਿਣੇ ਨਹੀਂ ਜਾਣੇ ਤਾਰੇ ਗੁਰਾਂ ਦੇ ਨੈਣ ਨਰਪਤ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਏ ਆਪ ਤੁਮ ਤਾਰੇ ਲਾਖ 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 ਕਈ ਪੂਰੈ ਕੋ ਹੈ ਐਸੋ ਵਿਚਾਰ ਬਿਸਮ 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 ਹੀ ਪਈਐ ਲਾਲ ਗੁਲਾਲ ਰੰਗਾਰਾ ਕੋ ਨਾਨਕ ਸੰਤਨ ਰਸ ਆਈ ਹੈ ਜਾਂ ਚਾਕ ਗੰਗਾ ਮੁਸਕਾਰੇ ਮੁਸਕਾਰੇ। ਗੁਰੂ ਸਭ ਕਿਰਪਾ ਕਰਨ, ਸਭ ਦੀ ਹਾਜ਼ਰੀ ਲਾਉਣ, ਸਭ ਨੂੰ ਆਪਣੇ ਦਰੋਂ ਘਰੋਂ ਖੁਸ਼ੀਆਂ ਬਖਸ਼ਿਸ਼ ਕਰਨ। ਸਵਾਓ ਮਹਾਂਪੁਰਖਾਂ ਦਾ ਹੁਕਮ ਸੀ। ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀਆਂ ਦਾ 150 ਸਾਲਾ ਜਨਮ ਦਿਹਾੜਾ ਲੰਘ ਕੇ ਗਿਆ। ਇੱਥੇ ਵੀ ਸੰਗਤਾਂ ਨੇ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਤੇ ਕਹਿੰਦੇ ਸੀ ਉਹਨਾਂ ਦੀ ਯਾਦ ਵਿੱਚ ਕੋਈ ਨਾ ਕੋਈ ਕਵਿਤਾ ਜ਼ਰੂਰ ਪੜ੍ਹੇ। ਸਵਾਓ ਮਹਾਂਪੁਰਖਾਂ ਦਾ ਹੁਕਮ ਮੰਨਦੇ ਹੋਏ 5-7 ਮਿੰਟ ਦੀ ਹੋਰ ਹਾਜ਼ਰੀ। ਸਾਰੇ ਆਪਾਂ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰੀਏ, ਮਹਾਂਪੁਰਖਾਂ ਦੇ ਚਰਨਾਂ 'ਚ ਅਰਦਾਸ ਕਰੀਏ। ਗਰੀਬ ਨਵਾਜ ਕਿਰਪਾ ਕਰਨੀ, ਚੰਗੇ ਹਾਂ ਮੰਦੇ ਹਾਂ ਭਲੇ ਹਾਂ ਬੁਰੇ ਹਾਂ ਫਿਰ ਵੀ ਤੇਰੇ ਹਾਂ, ਤੇਰਿਆਂ ਦੀ ਤੈਨੂੰ ਲਾਜ ਹੈ। ਆਪਣੇ ਬਣਾ ਕੇ ਰੱਖਣਾ, ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ। ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ, ਨਾਨਕ ਸ਼ਰਨ ਤੁਹਾਰੀ ਆ ਵੇਖੋ ਸਦਾ ਹਜੂਰ ਹਜੂਰ। ਆਓ ਸਾਰੇ ਨਾਲ ਨਾਲ ਬੋਲਣ ਦਾ ਯਤਨ ਕਰਿਓ, ਫਿਰ ਆਪਾਂ ਆਨੰਦ ਸਾਹਿਬ ਦਾ ਜਾਪ ਕਰਕੇ ਸਮਾਪਤੀ ਕਰਾਂਗੇ। ਕੋਈ ਵੀ ਰਸਨਾ ਵਾਂਝੀ ਨਾ ਅਸੀਂ ਭਿਖਾਰੀ ਤੂੰ ਹੈ ਰਾਜਾ, ਅਸੀਂ ਗਰੀਬ ਤੂੰ ਗਰੀਬ ਨਵਾਜਾ। ਅਸੀਂ ਭਿਖਾਰੀ ਤੂੰ ਹੈ ਰਾਜਾ, ਅਸੀਂ ਗਰੀਬ ਤੂੰ ਗਰੀਬ ਨਵਾਜਾ। ਸਹਿਬਾ ਨਜ਼ਰ ਮਿਹਰ ਦੀ ਪਾਜਾ, ਲਾ ਦੇ ਭਾਗ ਉਮੀਦਾਂ ਨੂੰ ਮੇਰੇ ਬਾਬਾ ਜੀ। ਚਰਨਾਂ 'ਚ ਜੋੜ ਲੋ ਗਰੀਬਾਂ ਬਾਬਾ ਆਨੰਦ ਸਿੰਘ ਜੀ। ਚਰਨਾਂ 'ਚ ਜੋੜ ਲੋ ਗਰੀਬਾਂ ਨੂੰ। ਅਸੀਂ ਭਿਖਾਰੀ ਤੂੰ ਹੈ ਰਾਜਾ, ਅਸੀਂ ਗਰੀਬ ਤੂੰ ਗਰੀਬ ਨਵਾਜਾ। ਅਸੀਂ ਭਿਖਾਰੀ ਤੂੰ ਹੈ ਰਾਜਾ, ਅਸੀਂ ਗਰੀਬ ਤੂੰ ਗਰੀਬ ਨਵਾਜਾ। ਸਹਿਬਾ ਨਜ਼ਰ ਮਿਹਰ ਦੀ ਪਾਜਾ, ਸਹਿਬਾ ਨਜ਼ਰ ਮਿਹਰ ਦੀ ਪਾਜਾ। ਲਾ ਦੇ ਭਾਗ ਉਮੀਦਾਂ ਮੇਰੇ ਬਾਬਾ ਜੀ। ਚਰਨਾਂ 'ਚ ਜੋੜ ਲਓ ਗਰੀਬਾਂ ਨੂੰ ਮੇਰੇ ਬਾਬਾ ਜੀ। ਚਰਨਾਂ 'ਚ ਜੋੜ ਲਓ ਗਰੀਬਾਂ ਨੂੰ। ਤੇਰੇ ਪ੍ਰੇਮ ਦੀ ਤੱਕਣੀ ਵਿੱਚ ਕਦੇ ਸਾਡੀ ਮਿਹਨਤੀ ਹੋ ਜਾਵੇ। ਮਹਾਰਾਜ ਤੁਹਾਡੀ ਨਜ਼ਰ ਵਿੱਚ ਆ ਜਾਈਏ, ਤੁਹਾਡੇ ਪ੍ਰੇਮ ਦੇ ਪਾਤਰ ਬਣ ਜਾਈਏ। ਤੇਰੇ ਪ੍ਰੇਮ ਦੀ ਤੱਕਣੀ ਵਿੱਚ ਕਦੇ ਸਾਡੀ ਮਿਹਨਤੀ ਹੋ ਜਾਵੇ।
ਥੋੜੀ ਚਰਨ ਧੂੜ ਵਿੱਚ ਕਿਧਰੇ ਸਾਡੀ ਗਿਣਤੀ ਹੋ ਜਾਵੇ। ਤੇਰੇ ਪ੍ਰੇਮ ਦੀ ਤਕਣੀ ਵਿੱਚ ਕਿਤੇ ਸਾਡੀ ਮਿਹਨਤੀ ਹੋ ਜਾਵੇ। ਥੋੜੀ ਚਰਨ ਧੂੜ ਵਿੱਚ ਕਿਧਰੇ ਸਾਡੀ ਗਿਣਤੀ ਹੋ ਜਾਵੇ। ਇਹੋ ਸਾਡੀ ਮੰਗ ਦਾਤਿਆ ਲੱਗੀ ਜਾਵੇ ਲੰਘ ਦਾਤ। ਇਹੋ ਸਾਡੀ ਮੰਗ ਦਾਤਿਆ ਲੱਗੀ ਜਾਵੇ ਲੰਘ ਦਾਤ। ਸਦਾ ਰਟਿਆ ਰੰਗ ਦਾਤਿਆ, ਸਦਾ ਰਟਿਆ ਰੰਗ ਦਾਤਿਆ, ਦੇ ਦੇ ਮਾਣਨ ਚੀਜ਼ਾਂ ਨੂੰ ਮੇਰੇ ਬਾਬਾ ਜੀ। ਚਰਨਾਂ 'ਚ ਜੋੜ ਲਓ ਗਰੀਬਾਂ ਨੂੰ ਬਾਬਾ ਨੰਦ ਸਿੰਘ ਜੀ। ਚਰਨਾਂ 'ਚ ਜੋੜ ਲਓ ਗਰੀਬਾਂ ਨੂੰ। ਰੂ ਵੀ ਹੋਵੇ ਗੀਤ ਮੇਰਮਾ ਵਿੱਚ ਵਿਛੋੜੇ ਗਾਵੇ। ਤੇਰੀ ਉਸਤਤ ਬਿਨ ਜੋ ਲੰਘਣੇ ਸਾਓ ਭਾਵੇਂ ਆਵੇ ਨਾ। ਰੂ ਵੀ ਹੋਵੇ ਗੀਤ ਮੇਰਮਾ ਵਿੱਚ ਵਿਛੋੜੇ ਗਾਵੇ। ਤੇਰੀ ਉਸਤਤ ਬਿਨ ਜੋ ਲੰਘਣੇ ਸਾਓ ਭਾਵੇਂ ਆਵੇ ਨਾ। ਰੂ ਹੈ ਤੇਰੇ ਨਾਮ ਦੀ ਦਾਸੀ ਬਣ ਗਈ ਜਨਮ ਜਨਮ ਲਈ ਪਿਆਸੀ। ਰੂ ਹੈ ਤੇਰੇ ਨਾਮ ਦੀ ਦਾਸੀ ਬਣ ਗਈ ਜਨਮ ਜਨਮ ਦੀ ਦਾਸੀ। ਕਰ ਦਿਓ ਇਸ ਦੀ ਦੂਰ ਉਦਾਸੀ, ਕਰ ਦਿਓ ਇਸ ਦੀ ਦੂਰ ਉਦਾਸੀ। ਦੀਦ ਤਰਸ ਰਹੀ ਜੋ ਦੀਦਾਂ ਮੇਰੇ ਬਾਬਾ ਜੀ। ਚਰਨਾਂ 'ਚ ਜੋੜ ਲਓ ਗਰੀਬਾਂ ਬਾਬਾ ਨੰਦ ਸਿੰਘ ਜੀ। ਚਰਨਾਂ 'ਚ ਜੋੜ ਲਓ ਗਰੀਬਾਂ ਨੂੰ। ਭੁੱਲ ਕੇ ਵੀ ਅਸੀਂ ਭੁੱਲ ਨਾ ਜਾਈਏ ਤੁਹਾਡੇ ਨੇ ਉਪਕਾਰ ਬੜੇ। ਆਪ ਜਿਹਾ ਸਾਨੂੰ ਹੋਰ ਨਾ ਕੋਈ ਸਾਡੇ ਜੇ ਬਲਿਹਾਰ ਬੜੇ। ਹਾਂ ਮੇਰੀ ਫਰਿਆਦ ਤੇਰੇ ਦਰ ਅੱਗੇ ਮੈਂ ਹੋਰ ਸੁਣਾਵਾਂ ਕਿਨੂੰ। ਤੈਂ ਜਿਹਾ ਮੈਨੂੰ ਹੋਰ ਨਾ ਕੋਈ, ਤੈਂ ਜਿਹਾ
ਮੈਨੂੰ ਹੋਰ ਨਾ ਕੋਈ, ਜੀ ਮੈਂ ਜੇ ਲੱਖ ਤੈਨੂੰ, ਜੀ ਮੈਂ ਜੇ ਲੱਖ ਤੈਨੂੰ, ਭੁੱਲ ਕੇ ਵੀ ਅਸੀਂ ਭੁੱਲ ਨਾ ਜਾਈਏ, ਤੁਹਾਡੇ ਨੇ ਉਪਕਾਰ ਬੜੇ, ਆਪ ਜਿਹਾ ਸਾਨੂੰ ਹੋਰ ਨਾ ਕੋਈ, ਸਾਡੇ ਜੇ ਬਲਿਹਾਰ ਬੜੇ, ਮੰਦੇ ਚਾਹੇ ਚੰਗੇ ਸਾਈਆਂ, ਅਸੀਂ ਤੇਰੇ ਬੰਦੇ ਸਾਈਆਂ। ਮੰਦੇ ਚਾਹੇ ਚੰਗੇ ਸਾਈਆਂ, ਅਸੀਂ ਹਾਂ ਤੇਰੇ ਬੰਦੇ ਸਾਈਆਂ, ਤੇਰੇ ਰੰਗ ਵਿੱਚ ਰੰਗੇ ਸਾਈਆਂ, ਤੇਰੇ ਰੰਗ ਵਿੱਚ ਰੰਗੇ ਸਾਈਆਂ, ਰੰਗਿਆ ਰੱਖੀ ਮੁਰੀਦਾਂ ਮੇਰੇ ਬਾਬਾ ਜੀ, ਚਰਨਾਂ 'ਚ ਜੋੜ ਲਓ ਗਰੀਬਾਂ ਬਾਬਾ ਨੰਦ ਸਿੰਘ ਜੀ, ਚਰਨਾਂ 'ਚ ਜੋੜ ਲਓ ਗਰੀਬਾਂ ਨੂੰ, ਅਸੀਂ ਭਿਖਾਰੀ ਤੂੰ ਹੈ ਰਾਜਾ, ਅਸੀਂ ਗਰੀਬ ਤੂੰ ਗਰੀਬ ਨਵਾਜ਼, ਅਸੀਂ ਭਿਖਾਰੀ ਤੂੰ ਹੈ ਰਾਜਾ, ਅਸੀਂ ਗਰੀਬ ਤੂੰ ਗਰੀਬ ਨਵਾਜ਼, ਸਹਿਬਾ ਨਜ਼ਰ ਮਿਹਰ ਦੀ ਪਾਜਾ, ਸਹਿਬਾ ਨਜ਼ਰ ਮਿਹਰ ਦੀ ਪਾਜਾ, ਲਾ ਦੇ ਭਾਗ ਉਮੀਦਾਂ ਮੇਰੇ ਬਾਬਾ ਜੀ, ਚਰਨਾਂ 'ਚ ਜੋੜ ਲਓ ਗਰੀਬਾਂ ਬਾਬਾ ਨੰਦ ਸਿੰਘ ਜੀ, ਉਹ ਚਰਨਾਂ 'ਚ ਜੋੜ ਲਓ ਗਰੀਬਾਂ ਮੇਰੇ ਬਾਬਾ ਜੀ, ਚਰਨਾਂ 'ਚ ਜੋੜ ਲਓ ਗਰੀਬਾਂ ਬਾਬਾ ਨੰਦ ਸਿੰਘ ਜੀ, ਚਰਨਾਂ 'ਚ ਜੋੜ ਲਓ ਗਰੀਬਾਂ ਮੇਰੇ ਬਾਬਾ ਜੀ, ਚਰਨਾਂ 'ਚ ਜੋੜ ਲਓ ਗਰੀਬਾਂ ਬਾਬਾ ਨੰਦ ਸਿੰਘ ਜੀ, ਚਰਨਾਂ 'ਚ ਜੋੜ ਲਓ ਗਰੀਬਾਂ ਨੂੰ। ਸੋਚਨਿਕ ਹਾਜ਼ਰੀ ਪ੍ਰਵਾਨ ਕਰਨੀ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਬਖਸ਼ ਲੈਣੀਆਂ, ਗੁਰੂ ਸਾਹਿਬ ਅੱਗੇ ਅਰਦਾਸ ਕਰਨੀ, ਸਤਿਗੁਰੂ ਕਿਰਪਾ ਕਰਨ, ਅੱਗੇ ਤੋਂ ਕਥਾ ਵਿਚਾਰ ਕੀਰਤਨ ਕਰਨ ਦਾ ਹੋਰ ਸੁਚੱਜਾ ਢੰਗ ਬਖਸ਼ਿਸ਼ ਕਰਨ, ਆਪ ਸੰਗਤਾਂ ਦੀ ਸੇਵਾ ਕਰਦੇ ਰਹੀਏ। ਮਹਾਂਪੁਰਖ ਬਾਬਾ ਪ੍ਰਤਾਪ ਸਿੰਘ ਜੀਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਸਾਹਿਬ ਕਿਰਪਾ ਕਰਨ, ਹਰ ਤਰ੍ਹਾਂ ਕਰਕੇ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਹਰ ਤਰ੍ਹਾਂ ਕਰਕੇ ਅੰਗ ਸੰਗ ਹੋ ਕੇ ਵਰਤਣ, ਆਪਣਾ ਮੇਰਾ ਭਰਿਆ ਸਿਰ ਤੇ ਹੱਥ ਰੱਖ ਕੇ ਇਸੇ ਤਰ੍ਹਾਂ ਮਹਾਂਪੁਰਖਾਂ ਤੋਂ ਚੜ੍ਹਦੀ ਕਲਾ ਦੇ ਨਾਲ ਸੇਵਾ ਲੈਂਦੇ ਰਹਿਣ। ਆਈਆਂ ਸੰਗਤਾਂ ਦਾ ਧੰਨਵਾਦ ਹੈ, ਕੋਟਾਨ ਕੋਟ ਸ਼ੁਕਰਾਨਾ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ।